ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। ਮੈਂ ਲਖਵਿੰਦਰ ਕੌਸ਼ਿਕ। ਇਸ ਵਕਤ ਅਸੀਂ ਖੜ੍ਹੇ ਹਾਂ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਦੇ ਬਾਹਰਲੇ ਪਾਸੇ, ਜਿੱਥੇ ਅੱਜ ਜਿਹੜੇ ਮੈਨੀਟੋਬਾ ਦੇ ਵਿੱਚ ਵਰਕਰ ਨੇ, ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਕੁਝ ਮੂਵ ਹੋਏ ਨੇ, ਕੁਝ ਇੱਥੇ ਵੀ ਨੇ, ਸਟੂਡੈਂਟ ਤੋਂ ਵੀ ਜਿਹੜੇ ਵਰਕਰ ਬਣੇ ਨੇ, ਉਹਨਾਂ ਦੀਆਂ ਕੁਝ ਜਿਹੜੀਆਂ ਪ੍ਰੋਬਲਮਸ ਨੇ ਇਮੀਗ੍ਰੇਸ਼ਨ ਦੇ ਰਿਕਾਰਡਿੰਗ, ਕਿਉਂਕਿ ਕਾਫੀਆਂ ਦੀ ਜਿਹੜੀ ਏਜ ਆ ਉਹ ਓਵਰ ਹੁੰਦੀ ਜਾ ਰਹੀ ਆ। ਦੂਸਰੀ, ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ, ਅੱਜ ਇੱਥੇ ਉਹਨਾਂ ਵਰਕਰਸ ਵੱਲੋਂ ਜਿਹੜਾ ਉਹ ਧਰਨਾ ਦਿੱਤਾ ਜਾ ਰਿਹਾ ਹੈਗਾ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਉੱਧਰ ਨੂੰ ਜ਼ਰੂਰ ਜਿਹੜਾ ਇਹ ਕੈਮਰਾ ਘੁਮਾਇਆ ਜਾਵੇ। ਇਹ ਮੈਨੀਟੋਬਾ ਦੇ ਵਿੱਚ ਜਿਹੜੇ ਵਰਕਰ ਨੇ, ਕਾਮੇ ਨੇ, ਜਿਹੜੇ ਕੈਨੇਡੀਅਨ ਗੌਰਮੈਂਟ ਨੇ ਇੱਥੇ ਬੁਲਾਏ ਨੇ ਕੰਮ ਕਰਨ ਵਾਸਤੇ। ਇਹਨਾਂ ਦੇ ਜਿਹੜੇ ਵਰਕ ਪਰਮਿਟ ਤੋਂ PR ਦੇ ਜਿਹੜੇ ਪ੍ਰੋਸੈਸਿੰਗ ਜਿਹੜਾ ਉਹ ਸਿਸਟਮ ਆ ਉਹ ਲੇਟ ਚੱਲ ਰਿਹਾ ਹੈਗਾ, ਕਾਫੀ ਲੇਟ ਆ। ਕਿਉਂਕਿ ਜਿਹੜਾ PNP ਪ੍ਰੋਗਰਾਮ ਦੇ ਵਿੱਚ ਗੌਰਮੈਂਟ ਆਫ ਮੈਨੀਟੋਬਾ ਵੱਲੋਂ ਜਿਹੜੇ ਲੋਕਾਂ ਨੂੰ ਇੱਥੇ ਬੁਲਾਇਆ ਜਾਂਦਾ, ਉਹਦਾ ਜਿਹੜਾ ਸਕੋਰ ਆ ਉਹ ਕਾਫੀ ਹਾਈ ਹੈਗਾ। ਅਤੇ ਇਹ ਸਾਰੇ ਜਣੇ ਚਿੰਤਿਤ ਨੇ ਇਸ ਗੱਲੋਂ ਕਿ ਇਹਨਾਂ ਦਾ ਨੰਬਰ ਕਦੋਂ ਆਵੇਗਾ। ਸੋ ਆਓ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸੁਣਦੇ ਹਾਂ ਇਹਨਾਂ ਦੇ ਵਿਚਾਰ ਸਾਰਿਆਂ ਦੇ। ਥੈਂਕ ਯੂ। ਮਤਲਬ ਕਿੰਨਿਆਂ ਨੂੰ ਇਨਵੀਟੇਸ਼ਨਸ ਭੇਜਦੇ ਆ, ਬਿਕਾਜ਼ ਜਿਹੜੀਆਂ PNP ਦਾ ਕੋਟਾ ਇਹਨਾਂ ਨੂੰ ਅਲਾਟ ਹੁੰਦਾ, ਉਹਦੇ ਵਿੱਚ ਦੇ ਹੈਵ ਟੂ ਕਵਰ ਐਵਰੀਥਿੰਗ। ਜਿਹੜੇ ਓਵਰਸੀਜ਼ ਆ ਰਹੇ ਆ ਜਾਂ ਜੋ ਵੀ, ਆਪਾਂ ਨਾਮ ਨਹੀਂ ਲੈ ਰਹੇ, ਬਟ ਦੇ ਹੈਵ ਟੂ ਕਵਰ ਆਲ ਦਾ ਫੀਲਡਸ, ਰਾਈਟ। ਸੋ ਬਟ ਜਿਹੜੇ ਉਹਨਾਂ ਨੂੰ ਵੀ ਪਤਾ ਵੀ ਕਿੰਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਡਾਇਰੈਕਟਲੀ ਇੱਥੇ ਆਉਂਦੇ ਜਾਂ ਜੇ ਡਾਇਰੈਕਟਲੀ ਨਹੀਂ ਵੀ ਆਉਂਦੇ, ਡਿਊ ਟੂ ਨਾਟ ਗੈਟਿੰਗ ਸੀਟਸ ਇਨ ਦਾ Winnipeg colleges or the universities. So ਇਹਨਾਂ ਨੂੰ ਪਤਾ ਤਾਂ ਹੁੰਦਾ ਵੀ ਇਹਨਾਂ ਕੋਲ ਕਿੰਨੀਆਂ ਫਾਈਲਸ ਹੈਗੀਆਂ ਆ। So they need to ask the same number of invitations or quota from the federal government as well. And we want ki ਜਿਹੜੀ NP ਆ, everything they should make a transparency on their website so that we should know how many files are collected every day and how many they are giving invitations to the people. So there should be a transparency on their websites as well. ਉਹ ਟਰਾਂਸਪੇਰੈਂਸੀ ਦਾ ਇੱਕ ਬੈਨੀਫਿਟ ਇਹ ਵੀ ਹੋਊਗਾ ਕਿ ਕਿਉਂਕਿ ਬਹੁਤ ਸਾਰੇ ਜਿਹੜੇ ਨਵੇਂ ਗ੍ਰੈਜੂਏਟ ਆ ਉਹ ਸੋਚ ਰਿਹਾ ਕਿ ਮੈਨੀਟੋਬਾ ਜਾਇਆ ਜਾਵੇ ਕਿ ਨਾ। ਜਦੋਂ ਪ੍ਰੋਵਿੰਸ ਦੀ ਵੈਬਸਾਈਟ ਤੇ ਕਲੀਅਰ ਲਿਖਿਆ ਹੋਊਗਾ ਕਿ ਇੰਨਾ ਸਾਡਾ ਕੋਟਾ ਤੇ ਇੰਨਾ ਭਰ ਗਿਆ, ਸੋ ਬੰਦਾ ਆਪਦਾ ਜਿਹੜਾ ਡਿਸੀਜਨ ਹੈ ਉਹ ਸਹੀ ਲੈ ਸਕਦਾ। ਕਿਉਂਕਿ ਬਹੁਤ ਸਾਰੇ ਇੱਥੇ ਵੀ ਜਿਹੜੇ ਖੜੇ ਆ ਉਹ ਵੀ ਆਪਦਾ ਡਿਸੀਜਨ ਸ਼ਾਇਦ ਹੋ ਸਕਦਾ ਕੁਝ ਹੋਰ ਲੈਂਦੇ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਇੱਥੇ ਹਾਲਾਤ ਹੋਣ ਵਾਲੇ ਆ 1 ਸਾਲ ਬਾਅਦ। ਸੋ ਟਰਾਂਸਪੇਰੈਂਸੀ ਜਿਹੜੀ ਆ ਉਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਆ ਕਿ ਉਹ ਵੀ ਅਸੀਂ ਡਿਮਾਂਡ। ਇੱਕ ਹੋਰ ਚੀਜ਼ ਕਿ ਇਹਨਾਂ ਦੇ ਮਿਨਿਸਟਰ ਦੇ ਆਫਿਸ ਤੋਂ ਕੱਲ੍ਹ ਕੋਈ ਸਾਨੂੰ ਬੰਦਾ ਮਿਲਿਆ, ਉਹਨੇ ਥੋੜ੍ਹਾ ਜਿਹਾ ਸਾਨੂੰ ਇਹ ਕਿਹਾ ਕਿ ਅਸੀਂ ਕੁਝ ਸੋਚਿਆ ਵਾ, ਪਰ ਕੀ ਸੋਚਿਆ ਉਹ ਕੁਝ ਨਹੀਂ ਪਤਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਵਾ ਉਹ ਅਸੀਂ ਉਹਨਾਂ ਨੂੰ ਰਿਕੁਐਸਟ ਤੇ ਕੀਤੀ ਸੀ ਕਿ ਮਿਨਿਸਟਰ ਇੱਥੇ ਖੁਦ ਆ ਕੇ ਤੇ ਸਾਰਿਆਂ ਨੂੰ ਇੱਕ ਵਾਰੀ ਸੰਬੋਧਨ ਕਰ ਜਾਣ ਕਿ ਉਹਨਾਂ ਦਾ ਕੀ ਪਲਾਨ ਆ, ਤਾਂ ਕਿ ਸਾਰਿਆਂ ਨੂੰ ਕਲੀਅਰ ਹੋਵੇ। ਪਰ ਉਹਦੇ ਬਾਰੇ ਸਾਨੂੰ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਈ ਕਿ ਕੋਈ ਇੱਥੇ ਆ ਰਿਹਾ ਉਹਨਾਂ ਦੀ ਪਾਰਟੀ ਤੋਂ ਜਾਂ ਨਹੀਂ। ਸੋ ਉਹਨਾਂ ਨੇ ਇਹ ਕਿਹਾ ਕਿ ਅਗਲੇ 2-3 ਹਫ਼ਤਿਆਂ ਦੇ ਵਿੱਚ ਅਸੀਂ ਕੁਝ ਲੈ ਕੇ ਆਵਾਂਗੇ, ਪਰ ਆਪਾਂ ਕੁਝ ਉਸ ਚੀਜ਼ 'ਤੇ ਕਨਫਰਮ ਨਹੀਂ ਕਹਿ ਸਕਦੇ ਕਿ ਉਹ ਸੱਚੀ ਗੱਲ ਆ ਕਿ ਜਾਂ ਉਹਨਾਂ ਦਾ ਵੈਸੇ ਹੀ ਇੱਕ ਤਰ੍ਹਾਂ ਦਾ ਇਹਨੂੰ ਟਰਕਾਉਣ ਦੇ ਲਈ ਸੀ ਇਹ ਗੱਲ। ਸੋ ਉਹ ਚੀਜ਼ ਦਾ ਵੀ ਹੋਪ ਕਰਦੇ ਹਾਂ ਕਿ ਸ਼ਾਇਦ ਕੋਈ ਇੱਥੇ ਪਹੁੰਚੇ ਉਹਨਾਂ ਦੀ ਟੀਮ ਦੇ ਵਿੱਚੋਂ ਤੇ ਆਪਾਂ ਨੂੰ ਕੋਈ ਉਹ ਕਲੈਰੀਫਿਕੇਸ਼ਨ ਦੇ ਸਕੇ ਅੱਜ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, we are in the Winnipeg PNP issue group, and ਉਹਦੇ ਵਿੱਚ ਕੀ ਆ, ਮਤਲਬ all types of news are shared regarding the MPNP, right? So many of the students who are getting out of status, they have attempted to suicide or they have attempted to harm themselves just because of losing status, and they don't see any way in the future to get settled down. So ਸੋ ਆਈ ਵਾਂਟ ਕਿ ਕੋਈ ਵੀ ਇਦਾਂ ਦਾ ਸਟੈਪ ਨਾ ਚੱਕੇ ਜਿਹਦੇ ਨਾਲ ਤੁਹਾਡੀ ਤੇ ਤੁਹਾਡੀ ਫੈਮਿਲੀ ਨੂੰ ਲਾਸ ਹੋਵੇ। ਵੀ ਆਰ ਹੇਅਰ ਟੂ ਹੈਲਪ ਈਚ ਅਦਰ, ਸੋ ਜਸਟ ਬੀ ਯੂਨਾਈਟਿਡ ਐਂਡ ਵੀ ਵਿਲ ਗੈਟ ਸਮਥਿੰਗ ਆਊਟ ਆਫ ਇਟ। ਬਿਲਕੁਲ। ਸੋ ਕਿਉਂਕਿ ਸਾਰਿਆਂ ਨੂੰ ਆਲਮੋਸਟ ਪਤਾ ਹੈ ਕਿ ਆਪਸ਼ਨਸ ਬਹੁਤ ਲਿਮਿਟਡ ਹੋ ਜਾਂਦੀਆਂ ਜਦੋਂ ਵਰਕ ਪਰਮਿਟ ਐਕਸਟੈਂਡ ਨਾ ਹੋਵੇ LMI ਤੋਂ ਬਿਨਾਂ। ਪਰ ਫਿਰ ਵੀ ਜਿਹੜੇ ਸਾਡੇ ਇਮੀਗ੍ਰੇਸ਼ਨ ਕੰਸਲਟੈਂਟ ਕਮਿਊਨਿਟੀ ਤੋਂ ਮੈਂ ਵੀ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਇੱਕ ਭਾਜੀ ਵੀ ਨਾਲ ਆ ਤੇ ਮਗਰ ਇੱਕ ਮੈਡਮ ਵੀ ਆ ਆਪਣੇ ਪਲਕ ਜੀ। ਸੋ ਜੇ ਕੋਈ ਤੁਹਾਨੂੰ ਡਾਊਟ ਹੁੰਦਾ ਤੁਸੀਂ ਸਾਨੂੰ ਵੀ ਕਾਲ ਕਰਕੇ ਰੀਚ ਕਰਕੇ ਤੇ ਡਿਸਕਸ ਕਰ ਲਿਆ ਕਰੋ। ਕਈ ਵਾਰੀ ਕੀ ਹੁੰਦਾ ਕਿ ਆਪਾਂ ਪ੍ਰੋਵਿੰਸ ਚੇਂਜ ਕਰਨ ਬਾਰੇ ਵੀ ਸੋਚ ਰਹੇ ਹਾਂ ਇਸ ਪੁਆਇੰਟ ਆਫ ਟਾਈਮ 'ਤੇ, ਪਰ ਜੇ ਤੁਹਾਡੇ ਕੋਲ ਵਰਕ ਪਰਮਿਟ ਹੀ ਬਹੁਤ ਥੋੜ੍ਹਾ ਰਹਿ ਗਿਆ, ਕਿਸੇ ਹੋਰ ਪ੍ਰੋਵਿੰਸ 'ਚ ਜਾ ਕੇ ਵੀ ਤੁਹਾਨੂੰ ਜੇ ਉੱਥੇ ਨਿਰਾਸ਼ਾ ਝੱਲਣੀ ਪਈ, ਸੋ ਫਿਰ ਉਹ ਕੰਮ ਥੋੜ੍ਹਾ ਤੁਹਾਡੇ ਲਈ ਮੁਸ਼ਕਿਲ ਹੀ ਆ। ਸੋ ਇਸ ਕਰਕੇ ਆਪਾਂ ਨੂੰ ਇਹ ਕਿ ਇੱਥੇ ਡਟ ਕੇ ਇੱਥੋਂ ਦੇ ਜਿਹੜੇ ਹੱਕ ਆ ਉਹਨਾਂ ਲਈ ਡਟੇ ਰਹੀਏ। Because you have already worked for a year or more or even more than 2 years for Manitoba, and you have the right to ask them. Okay.
ਸੋ ਇਸ ਤੋਂ ਇਲਾਵਾ ਕਿਉਂਕਿ ਬਹੁਤ ਸਾਰਿਆਂ ਦੀਆਂ ਆਪੋ ਆਪਣੀਆਂ ਸਟੋਰੀਜ਼ ਆ ਕਿ ਕਿਵੇਂ ਉਹ ਇਸ ਚੀਜ਼ ਦੇ ਥਰੂ ਗੁਜ਼ਰ ਰਹੇ ਆ, ਜੇ ਕੋਈ ਸ਼ੇਅਰ ਕਰਨਾ ਚਾਹੁੰਦਾ ਤੇ ਉਹ ਮੋਰ ਦੈਨ ਵੈਲਕਮ ਹੈ। ਪਲੀਜ਼ ਅੱਗੇ ਆ ਕੇ ਤੁਸੀਂ ਆਪਣਾ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਜੀ। ਆ ਜਾਓ ਬਾਈ। ਹਾਂਜੀ ਹਾਂਜੀ। ਸੋ ਆਲਟਰਨੇਟ ਇਹ ਆ ਕਿ ਕੱਲ ਇਹਨਾਂ ਨਾਲ ਬਰੀਫਲੀ ਥੋੜੀ ਡਿਸਕਸ਼ਨ ਹੋਈ ਸੀ। ਇਹਨਾਂ ਨੇ ਕਿਹਾ ਕਿ ਮੈਨੀਟੋਬਾ ਜਿਹੜੀ ਆ ਗਵਰਨਮੈਂਟ ਇਹ ਤੁਹਾਨੂੰ ਜਦੋਂ ਤੁਸੀਂ ਇੱਕ ਵਾਰੀ EOI ਲਾ ਦਿਓ ਤੁਹਾਨੂੰ ਕੰਡੀਸ਼ਨਲ ਅਪਰੂਵਲ ਲੈਟਰ ਦੇ ਦੂਗੀ ਜਿਹਦੇ ਬੇਸ ਤੇ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕੋ। ਪਰ ਗੱਲ ਇਹ ਕਿ ਇਹ ਕਹਿੰਦੇ ਕਿ ਅਸੀਂ ਬਸ ਕੰਡੀਸ਼ਨਲ ਲੈਟਰ ਦੇਣ ਤੱਕ ਹੀ ਸੀਮਿਤ ਆ, ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਆ ਉਹ ਫੈਡਰਲ ਨੇ ਅਪਰੂਵ ਕਰਨਾ। ਸੋ ਫੈਡਰਲ ਉਹ ਕੰਡੀਸ਼ਨਲ ਲੈਟਰ ਨੂੰ ਐਕਸੈਪਟ ਕਰਦੀ ਕਿ ਨਹੀਂ ਕਰਦੀ ਇਹ ਆਪਾਂ ਨੂੰ ਫੈਡਰਲ ਗਵਰਨਮੈਂਟ ਤੱਕ ਵੀ ਆਵਾਜ਼ ਉਠਾਉਣੀ ਪਊਗੀ। ਪਰ ਉੱਥੇ ਇਹ ਨਹੀਂ ਕਿ ਮਤਲਬ ਕਿ ਇਹਨਾਂ ਨੇ ਆਪਦੇ ਹੱਥ ਝਾੜਤੇ ਕਿ ਹਾਂ ਜੀ ਸਾਡਾ ਤੇ ਇੰਨਾ ਹੀ ਕੰਮ ਆ ਬਾਕੀ ਫੈਡਰਲ ਨੂੰ ਪੁੱਛੋ, ਕਿਉਂਕਿ ਇਹਨਾਂ ਦਾ ਇਹ ਫਿਰ ਵੀ ਮਿਨਿਸਟਰ ਹੈ, ਇਹਨਾਂ ਦੀ ਆਵਾਜ਼ ਉੱਪਰ ਤੱਕ ਜਾਂਦੀ ਆਪਣੇ ਤੋਂ ਤਾਂ ਇਹਨਾਂ ਦੀ ਆਵਾਜ਼ ਜਾਂਦੀ ਹੈ। ਸੋ ਇਹਨਾਂ ਨੂੰ ਉਹ ਜਿਹੜਾ ਪ੍ਰਪੋਜ਼ਲ ਆ ਅੱਗੇ ਤੱਕ ਲੈ ਕੇ ਜਾਣਾ ਚਾਹੀਦਾ ਕਿ ਕੀ ਉਹ ਕੰਡੀਸ਼ਨਲ ਲੈਟਰ ਤੇ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਹੋਇਆ ਕਰੂਗਾ ਕਿ ਨਹੀਂ ਹੋਇਆ ਕਰੂਗਾ। ਸੋ ਤਾਂ ਕਿ ਲੋਕਾਂ ਨੂੰ LMI ਤੇ ਰਿਲਾਈ ਨਾ ਰਹਿਣਾ ਪਵੇ। And moreover, ਅਸੀਂ MP like Manitoba government, the immigration minister of Manitoba, Mr. John Rees, ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਆ if they need any kind of help from us that we should support them so that they can get more quota and they can help us in extending the work permit from federal government. We are already there to help them. We just want them to let us know what kind of help we can provide them, right? So we need the answers. So if they need anything, we are always there for them. If they'll think about us, we are definitely there for them. ਇੱਕ ਕੁਐਸਚਨ ਹੈ ਜਿੱਦਾਂ LMI ਦਾ ਆਪਾਂ ਕਿਸੇ ਵੀ EMPLOYER ਕੋਲੇ ਜਾਂਦੇ ਆ ਐਕਚੁਅਲ ਸਪੋਜ਼ ਉਹ ਕਹਿੰਦਾ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਜੀ, ਉਸ ਚੀਜ਼ ਦਾ ਕੀ ਅਲਟਰਨੇਟਿਵ? ਕਿਵੇਂ ਕੁਐਸਚਨ ਰਿਪੀਟ ਕਰਾਂ? LMI ਦਾ ਪੈਸੇ ਜਾਂਦਾ। ਦੇਖੋ ਇਹਦਾ ਕੀ ਹੈ ਕਿ ਇੱਕ ਜਿਵੇਂ EMPLOYER ਦੇ ਨਾਲ ਹੈ ਉਹ ਕਿਉਂਕਿ EMPLOYER ਐਕਸਪਲੋਇਟ ਕਰਦੇ ਆ, ਠੀਕ ਆ, ਸਾਰੇ ਨਹੀਂ ਕਰਦੇ। ਇੱਥੇ ਵੀ ਬਹੁਤ ਸਾਰੇ ਹੋਣਗੇ ਜਿਹੜਾ ਕੋਈ ਅੱਗੇ ਨਹੀਂ ਆਉਂਦਾ, ਬਹੁਤ ਹਰਾਸਮੈਂਟ ਬਿਲਕੁਲ ਹੁੰਦੀ ਆ ਵਰਕ ਪਲੇਸ ਤੇ ਜਾਂ ਕੁਝ ਇਦਾਂ ਵੀ। ਬਿਲਕੁਲ। ਸੋ ਉਹਦੇ ਨਾਲ ਕੀ ਆ ਕਿ ਤੁਸੀਂ ਇਹਦੇ ਬਾਰੇ ਹੁਣ ਜਿਵੇਂ ਆਪਾਂ ਇਹ ਪਲੇਟਫਾਰਮ ਤੇ MP ਤੋਂ ਤੇ ਆਪਾਂ ਇਹੀ ਉਮੀਦ ਕਰ ਸਕਦੇ ਕਿ ਸਾਨੂੰ ਇੱਕ ਓਪਨ ਵਰਕ ਪਰਮਿਟ ਦੀ ਜਿਹੜੀ ਆਪਸ਼ਨ ਦਿੱਤੀ ਜਾਵੇ ਤਾਂ ਕਿ ਉਸ ਸਿਚੁਏਸ਼ਨ ਲਈ ਕਿਸੇ ਨੂੰ ਜਾਣਾ ਹੀ ਨਾ ਪਵੇ। ਬਿਲਕੁਲ ਆਪਾਂ ਐਲੀਮੀਨੇਟ ਕਰ ਰਹੇ ਹਾਂ, ਐਲੀਮੀਨੇਟ ਹੀ ਕਰ ਰਹੇ ਹਾਂ ਉਹ ਚੀਜ਼, ਕਿਉਂਕਿ ਉਹ ਸੌਰੀ ਉੱਥੇ ਕੀ ਹੈ ਕਿ EMPLOYER ਨੂੰ ਦਿਖਦੇ ਆ ਹਾਲਾਤ, ਇਹ ਨਹੀਂ ਕਹਿੰਦੇ ਕਿ ਸਾਰੇ EMPLOYER ਹੀ ਇਦਾਂ ਦੇ ਆ, ਰਾਈਟ। ਇੱਥੇ ਆਪਣੇ ਨਾਲ ਬਹੁਤ ਸਾਰੇ EMPLOYER ਅੱਜ ਸਾਥ ਵੀ ਦੇ ਰਹੇ ਆ ਕਿ ਆਪਾਂ ਨੂੰ ਸਪੋਰਟ ਕਰ ਰਹੇ ਇਸ ਕਾਜ਼ ਨੂੰ, ਕਿਉਂਕਿ ਤੁਹਾਡੇ ਜਿਹੜੇ EMPLOYER ਆ ਉਹਨਾਂ ਨੂੰ ਇੰਪੈਕਟ ਪੈਣਾ ਜੇ ਤੁਹਾਡੀਆਂ ਜੌਬਾਂ ਚਲੇ ਗਈਆਂ ਤੇ। ਸੋ ਗੱਲ ਇਹ ਕਿ ਜੇ ਉਹ ਹਾਲਾਤ ਹੀ ਨਾ ਪੈਦਾ ਹੋਣ ਕਿ ਕਿਸੇ ਨੂੰ ਉੱਥੇ ਜਾ ਕੇ ਇਸ LMI ਦੇ ਸਹਾਰੇ ਰਹਿਣਾ ਪਵੇ, ਕਿਉਂਕਿ ਸਟੂਡੈਂਟ ਆਲਰੇਡੀ 40 ਤੋਂ 50,000 ਫੀਸਾਂ ਜਿਹੜੀਆਂ ਆਲਰੇਡੀ ਦੇ ਚੁੱਕਿਆ ਤੇ ਉਹਦੇ ਕੋਲ ਇਹ ਆਪਸ਼ਨ ਨਹੀਂ ਹੋਣੀ ਚਾਹੀਦੀ ਕਿ ਉਹਨੂੰ ਹੋਰ ਪੈਸੇ ਦੇ ਕੇ ਕਿਤੇ ਉੱਤੇ ਆਪਣਾ ਵਰਕ ਪਰਮਿਟ ਲੈਣਾ ਪਵੇ। ਇਹ ਵੀ ਇਹਦੇ ਚ ਰੱਖਿਆ ਜਾਵੇ। ਹਾਂਜੀ ਉਹਦਾ ਆਪਾਂ ਵਰਕ ਪਰਮਿਟ ਵਧਾਉਣ ਦੀ ਗੱਲ ਹੀ ਕਰ ਰਹੇ ਹਾਂ ਉਹਨਾਂ ਨਾਲ ਕਿ ਵਰਕ ਪਰਮਿਟ ਵੀ ਵਧਾਏ ਜਾਣ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਜਲਦੀ। ਬਾਕੀ ਟੇਬਲ ਟਾਕ ਤੇ ਬਾਈ ਆਪਾਂ ਇਹ ਗੱਲਾਂ ਸਾਰੀਆਂ ਉਹਨਾਂ ਨਾਲ ਜਦੋਂ ਮੀਟਿੰਗ ਹੋਊਗੀ ਸਾਡੇ ਨਾਲ ਟੇਬਲ ਟਾਕ ਤੇ ਬੈਠਣਗੇ ਉਦੋਂ ਅਸੀਂ ਇਹ ਗੱਲਾਂ ਜਿਹੜੀਆਂ ਵੱਡੇ ਪੱਧਰ ਤੇ ਉਹਨਾਂ ਦੇ ਨਾਲ ਸਾਰੀਆਂ ਕਲੀਅਰ ਕਰਨੀਆਂ ਗੱਲਾਂ, ਕਿਉਂਕਿ ਬਾਕੀ ਜਿਹੜੇ ਆ ਲਾਜ਼ ਹੈਗੇ ਆ ਜਲਦੀ ਤੋਂ ਜਲਦੀ ਇੰਪਲੀਮੈਂਟ ਹੋਣ, ਨਾ ਕਿ ਸਾਨੂੰ ਨਹੀਂ ਚੱਲ ਰਹੀ ਹੈ ਸਾਡੀ ਗੱਲਬਾਤ ਇਹਨਾਂ ਦੇ ਨਾਲ। ਹਾਂਜੀ ਹਾਂ, ਤਾਂ ਉਹ ਜਲਦੀ ਮੇਬੀ ਆਈ ਹੋਪ ਬਹੁਤ ਜਲਦੀ ਕਲੀਅਰ ਹੋਊਗਾ ਇਹ ਸਾਰਾ ਕੁਝ। ਤੇ ਬਾਕੀ ਅਸੀਂ ਇਹੀ ਚੀਜ਼ ਸੋਚਦੇ ਹਾਂ ਕਿ ਇਹ EOIs ਹੈ ਜਿਹੜੇ ਡਰਾਜ਼ ਹੈ ਇਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਬੈਕਲੌਗ ਕਲੀਅਰ ਹੋਵੇ ਤੇ ਜਲਦੀ ਤੋਂ ਜਲਦੀ ਇੰਪਲੀਮੈਂਟ ਹੋਣ ਤਾਂ ਕਿ ਜਿਹੜੀ ਇਹ ਹਰਾਸਮੈਂਟ ਹੈ ਇਹ ਸਾਡੀ ਇਹ ਖਤਮ ਹੋਵੇ। ਕਿਉਂਕਿ ਅਸੀਂ ਕਦੋਂ ਤੱਕ ਭੱਜਾਂਗੇ, ਪਹਿਲਾਂ ਆਪਾਂ ਪੰਜਾਬ ਤੋਂ ਆਏ ਹਾਂ ਇੱਥੇ ਵਧੀਆ ਫਿਊਚਰ ਲਈ, ਉਸ ਤੋਂ ਬਾਅਦ ਆਪਾਂ ਹੋਰ ਪ੍ਰੋਵਿੰਸਾਂ ਦੇ ਵਿੱਚ ਸਟੱਡੀ ਕੀਤੀ ਆ, ਰਾਈਟ, ਉਸ ਤੋਂ ਬਾਅਦ ਉੱਥੋਂ ਛੱਡ ਕੇ ਫਿਰ ਆਪਾਂ ਇੱਥੇ ਆਏ ਹਾਂ, ਤਾਂ ਇਹ ਬਹੁਤ ਵੱਡਾ ਇਸ਼ੂ ਹੈ। ਤਾਂ ਸਾਨੂੰ ਖੜ ਕੇ ਸਾਰਿਆਂ ਨੂੰ ਲੜਨਾ ਚਾਹੀਦਾ ਇਸ ਲਈ ਅੱਗੇ ਹੋ ਕੇ। ਤਾਂ ਮੇਰੇ ਹਿਸਾਬ ਨਾਲ ਜਿਹੜਾ ਦੂਸਰੀਆਂ ਪ੍ਰੋਵਿੰਸਾਂ 'ਚ ਅੱਗੇ ਆਪਾਂ ਹੁਣ ਮੂਵ ਹੋਣ ਦਾ ਸੋਚ ਰਹੇ ਹਾਂ ਉਹ ਕੋਈ ਵਧੀਆ ਸੋਲੂਸ਼ਨ ਨਹੀਂਗਾ ਜਾਂ ਵਧੀਆ ਨਹੀਂ ਸੋਚ ਰਹੇ ਆਪਾਂ। ਤਾਂ ਸਾਨੂੰ ਇੱਥੇ ਖੜ ਕੇ ਇੱਕੋ ਪਲੇਟਫਾਰਮ ਤੋਂ ਇੱਥੋਂ ਵਧੀਆ ਵੱਡੀ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਉੱਥੋਂ ਆਉਂਦੇ ਆ ਦੂਸਰੀਆਂ ਪ੍ਰੋਵਿੰਸਾਂ ਤੋਂ ਉਹ ਵੀ ਅਵੇਅਰ ਹੋਣ ਤੇ ਉਹ ਉੱਥੋਂ ਮੂਵ ਹੋ ਕੇ ਜੇ ਆਉਣਾ ਚਾਹੁੰਦੇ ਆ ਬੈਟਰ ਫਿਊਚਰ ਲਈ ਤਾਂ ਉਹਨਾਂ ਲਈ ਵੀ ਰਸਤਾ ਅੱਗੇ ਕਲੀਅਰ ਹੋਵੇ। ਕਿਉਂਕਿ ਗੌਰਮੈਂਟ ਇਹ ਸੋਚਦੀ ਹੈ ਕਿ ਸਾਡੇ ਕੋਲੇ ਲੇਬਰ ਸ਼ਾਰਟੇਜ ਆ, ਤਾਂ ਵਰਕਰਸ ਇਹ ਜਿਹੜੇ ਆਉਂਦੇ ਆ ਇਹ ਡਬਲ ਜੌਬਸ ਵੀ ਕਰਦੇ ਆ, ਤਾਂ ਇਹਨਾਂ ਦੀ ਲੇਬਰ ਸ਼ਾਰਟੇਜ ਆ ਜਿਹੜੀ ਉਹਨੂੰ ਕੰਪਲੀਟ ਕਰਦੇ ਆ। ਤਾਂ ਇਹ ਬਹੁਤ ਵਧੀਆ ਜਿਹੜਾ ਹੈਗਾ ਮਤਲਬ ਗੌਰਮੈਂਟ ਨੂੰ ਵਧੀਆ ਸੋਚਣਾ ਚਾਹੀਦਾ ਇਹਨਾਂ ਲਈ। ਬੋਲਣਾ ਭਾਈ ਜੀ ਪ੍ਰਿੰਸ। ਬਿਲਕੁਲ। ਇਸ ਤੋਂ ਇਲਾਵਾ ਸਟੂਡੈਂਟ ਆਪਦੀ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਪਲੀਜ਼ ਉੱਥੇ ਇਹ ਸਾਡੇ ਨਾਲ ਕਿਉਂਕਿ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਤੁਹਾਡੇ ਵਾਂਗੂ ਜਿਹੜੇ ਸਫਰ ਕਰ ਰਹੇ ਇਸ ਚੀਜ਼ ਨੂੰ, ਸੋ ਪਲੀਜ਼ ਜੇ ਕੋਈ ਆਪਣੀ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਕਿ ਉਹ ਕਿਸ ਤਰ੍ਹਾਂ ਇਸ ਚੀਜ਼ ਤੋਂ ਨਿਕਲ ਗਿਆ ਤੇ ਉਹ ਆਪਣੀ ਆਵਾਜ਼ ਅੱਗੇ ਜਾ ਸਕਦਾ।
ਇੱਕ ਵਾਰੀ ਫਿਰ ਸਾਰਿਆਂ ਨੇ ਸੋਸ਼ਲ ਮੀਡੀਆ ਤੋਂ ਐਕਟਿਵ ਹੋ ਜਾਓ, ਫੋਨ ਕੱਢ ਕੇ ਨਾ ਹਾਂਜੀ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਐਕਟਿਵ ਰਹੋ। ਦੇਖ ਹੀ ਰਿਹਾ ਕਾਫੀ ਜਣੇ ਐਕਟਿਵ ਵੀ ਆ। ਲਾਈਵ ਜਿੰਨੇ ਹੋ ਸਕਦੇ ਹੋ ਜਾਓ। ਆਲਮੋਸਟ 1.5 ਸਾਲ ਹੋ ਗਏ ਹੁਣ ਸਾਡੇ ਕੋਲ ਇੱਕ ਐਲਐਮਆਈ ਨਹੀਂ ਸੀ। ਸਾਡੇ ਕੋਲ ਛੋਟੀ ਕੰਪਨੀ ਸਾਡੀਆਂ ਹੁਣ ਅਪਲਾਈ ਕੀਤੀਆਂ ਹੋਈਆਂ, ਡੋਂਟ ਨੋ ਨਾ ਕਦੋਂ ਅਪਰੂਵਲ ਹੋ। ਅਸੀਂ ਕਿੱਦਾਂ ਕਰ ਸਕਦੇ ਹਾਂ, ਲਾਈਕ ਵਾਟਸ ਆ So- ਅਲਟਰਨੇਟ ਕੀ ਹੈ ਇਸ ਸੋ ਇਹਦਾ ਕੁਇਕ ਅਲਟਰਨੇਟ ਤੇ ਕੁਛ ਨਹੀਂ ਇਸ ਵਕਤ ਪਤਾ, ਪਰ ਆਈ ਥਿੰਕ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਾਇਦ ਇਸੇ ਵੀਕ ਦੇ ਵਿੱਚ ਕੁਝ EMPLOYERS ਦੇ ਨਾਲ ਜਿਹੜੇ ਮਿਨਿਸਟਰ ਆ ਇਹਨਾਂ ਨੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਰੱਖੀ ਹੈ ਕਿ EMPLOYERS ਦੇ ਇਸ਼ੂਜ਼ ਸੁਣਨ ਦੇ ਲਈ। ਸੋ ਉਹਦੇ ਚ ਮੋਸਟਲੀ ਜਿਹੜੇ ਆਈ ਥਿੰਕ ਟਰੱਕਿੰਗ ਇੰਡਸਟਰੀ ਦੇ ਜਿਹੜੇ EMPLOYERS ਆ ਉਹ ਜਾ ਰਹੇ ਆ। ਸੋ ਇਹ ਸਾਰੀ ਟਰੱਕਿੰਗ ਇੰਡਸਟਰੀ ਦੇ ਵਿੱਚ, ਕਿਉਂਕਿ ਇੱਕ ਤੇ ਆਲਰੇਡੀ ਬਹੁਤ ਸ਼ਾਰਟੇਜ ਚੱਲ ਰਹੀ ਹੈ ਡਰਾਈਵਰਸ ਦੀ ਸਾਰੀਆਂ ਪ੍ਰੋਵਿੰਸਸ ਦੇ ਵਿੱਚ। ਸੋ ਹੋਪਫੁਲੀ ਉਹਦੇ ਤੋਂ ਕੁਝ ਸ਼ਾਇਦ ਹੋ ਸਕਦਾ, ਕਿਉਂਕਿ ਗਵਰਨਮੈਂਟ ਕੀ ਹੈ, ਗਵਰਨਮੈਂਟ ਚਾਹਵੇ ਜਿਵੇਂ ਫੈਡਰਲ ਗਵਰਨਮੈਂਟ ਪਾਇਲਟ ਪ੍ਰੋਜੈਕਟ ਅੱਜ ਕੱਲ੍ਹ ਬਹੁਤ ਲੈ ਕੇ ਆ ਰਹੀ ਹੈ ਵਰਕ ਪਰਮਿਟ ਦੇ। ਇਸੇ ਪਿਛਲੇ ਹਫਤੇ ਵੀ ਇੱਕ GTA ਦੇ ਵਿੱਚ ਕੰਸਟਰਕਸ਼ਨ ਵਰਕਰਾਂ ਦੇ ਲਈ ਇੱਕ ਆਇਆ ਪਾਇਲਟ ਪ੍ਰੋਜੈਕਟ ਕਿ ਉੱਥੇ ਉਹ ਆਪਣਾ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਆ। ਸੋ ਇਦਾਂ ਦਾ ਕੋਈ ਨਾ ਕੋਈ ਚਾਹੀਦਾ ਕਿ ਜਿਹੜਾ ਪ੍ਰੋਵਿੰਸ ਆਫ ਮੈਨੀਟੋਬਾ ਦੇ ਲਈ ਵੀ ਹੋਵੇ ਕਿ ਜਿਹੜੇ ਇੱਥੇ ਇੰਨੇ ਵਰਕਰ ਆ ਸਕਿਲਡ ਵਰਕਰ ਉਹਨਾਂ ਦੀਆਂ ਜੌਬਾਂ ਜਾਣ ਵਾਲੀਆਂ, ਕਿਉਂਕਿ ਇਹਦਾ ਇੰਪੈਕਟ ਇਕੱਲਾ ਸਟੂਡੈਂਟਸ ਨੂੰ ਨਹੀਂ ਆ, ਇਹਦਾ EMPLOYERS ਨੂੰ ਆ ਤੇ ਅਲਟੀਮੇਟਲੀ ਜਿਹੜੀ ਇੱਥੋਂ ਦੀ ਇਕਨੋਮੀ ਤੇ ਲੇਬਰ ਮਾਰਕੀਟ ਹੈ ਉਹਨੂੰ ਇੰਪੈਕਟ ਪਊਗਾ ਇਹਦਾ ਕਰਕੇ। ਕਿਉਂਕਿ ਜਿਹੜੇ 95% ਡਰਾਈਵਰ ਆ ਉਹ ਆਊਟ ਆਫ ਪ੍ਰੋਵਿੰਸ ਕਿ ਆਪ ਨਹੀਂ ਜਿਹੜੀ ਤੱਕ ਮੈਂ ਪ੍ਰੋਜੈਕਟ ਤੇ ਖੜੇ ਆ ਆਪਾਂ ਨੂੰ ਇੱਥੇ ਜੋ ਸਟੱਡੀ ਕੰਪਲੀਟ ਹੁੰਦੀ ਆ ਆਪਣੇ ਕੋਲ 6 ਮਹੀਨੇ ਦਾ ਟਾਈਮ। ਹਾਂਜੀ ਸੋ ਆਪਾਂ ਇੰਨਾ ਫੋਕਸ ਨਹੀਂ ਕਰਦੇ ਵੀ ਆਪਾਂ ਲਾਇਸੈਂਸ ਆਪਾਂ ਜਸਟ ਇੱਕ ਜੌਬ ਲੱਭਦੇ ਆ ਬਿਕੋਜ਼ ਆਪਾਂ PNP ਲਾਉਣੀ ਹੁੰਦੀ ਹੈ ਨਾ। ਹਾਂਜੀ ਜੇ ਰਾਈਟ ਨਾਓ ਮੈਂ ਆਖਾਂ ਲਾਈਕ 95% ਆਪਣੇ ਕੋਲ ਟੋਰਾਂਟੋ ਜਾਂ ਵੈਨਕੂਵਰ ਇੱਦਾਂ ਦੀਆਂ ਪ੍ਰੋਵਿੰਸਾਂ ਚੋਂ ਮੂਵ ਹੁੰਦੇ ਆ ਜਿਹੜੇ ਬਿਲਕੁਲ। ਡਰਾਈਵਰ ਹੁੰਦੇ ਆ ਨਾ। ਸੋ ਇੱਦਾਂ ਦੇ ਫਿਰ ਕੰਪਨੀ ਦਾ ਬਹੁਤ ਔਖਾ ਹੈ। ਕਿਤੇ But on the other hand, Hello? Arabia, not all wants to move or not all moved out from this province, right? So they cannot guarantee anyone, the people who are coming here directly to study, that they will not move, right? We have no such type of contract with anybody who is coming to Manitoba that they will be here forever, right? So we cannot say that everybody wants to move out here. So the thing is, we want to live in Manitoba, but don't force us to move, because if we are losing statuses, we have to find other ways. But we don't want to go from here, so we want the government to help us stay here so that we have a bright future in Manitoba. ਬਾਕੀ ਜਿਹੜਾ ਹੈਗਾ ਵੀਰੇ ਆਪਣਾ ਸਾਡੀ ਕੰਪਨੀ ਨਾਲ ਗੱਲ ਕੰਮ ਕੀਤੀ ਹੈ, ਉਹਨਾਂ ਦੇ ਨਾਲ ਚੱਲਦੀ ਹੈ ਤੇ ਉਹ ਸਾਡੇ ਦੇ ਨਾਲ ਹੈ ਬਿਲਕੁਲ, ਕਿਉਂਕਿ ਬਿਲਕੁਲ ਇਹ ਕਲੀਅਰ ਹੈਗਾ ਕਿ ਉਹ ਇਫੈਕਟ ਹੋਣਗੇ ਇਸ ਚੀਜ਼ ਦੇ ਨਾਲ। ਠੀਕ ਹੈ, ਤਾਂ ਮੇਰੇ ਹਿਸਾਬ We are, going through the labor shortage. We are here as a labor, right? We are working with the Manitoba employers and we are filling up those gaps. But ਜੇ statuses ਹੀ ਸਾਡੇ lose ਹੋ ਰਹੇ, ਅਸੀਂ out of status ਜਾ ਰਹੇ and we won't be able to work with Manitoba employers anymore, and this will impact the employers of Manitoba again, right? So the thing is, if you are suffering through the labor shortage, we are already helping, right? And if you make some rules, like many more people can come to this province and settle down here. So if they are suffering to labor shortage, we are always helping them and we are there. But again, they are forcing us to leave to find out some other ways where we don't want to move, right? ਕਿ ਇੱਥੋਂ ਸਾਰੇ ਜਣੇ ਮੂਵ ਹੋ ਜਾਂਦੇ ਆ। ਮੈਨੂੰ ਇੱਥੇ 10 ਸਾਲ ਹੋ ਗਏ ਵਿਨੀਪੈਗ ਮੂਵ ਹੋਏ ਨੂੰ। ਮੈਂ ਵੀ ontario ਸਟੱਡੀ ਕਰਕੇ ਆਇਆ ਸੀ। ਬਹੁਤ ਸਾਰੇ ਟਰੱਕਿੰਗ ਇੰਡਸਟਰੀ ਦੇ ਜਾਂ ਜਿਹੜੇ ਮਰਜ਼ੀ ਬਿਜ਼ਨਸ ਦੇ EMPLOYER ਜਿਹੜੇ ਆ ਉਹ ਵੀ ਮੂਵ ਹੋ ਕੇ ਕਿਸੇ ਹੋਰ ਪ੍ਰੋਵਿੰਸ ਤੋਂ ਇੱਥੇ ਆਏ ਸੀ। ਸੋ ਵਿਨੀਪੈਗ ਲਈ ਤਾਂ ਮੈਂ ਕਹੂੰਗਾ ਕਿ ਜੇ 50 ਬੰਦੇ ਵੀ ਇੱਥੇ ਰਹਿ ਰਹੇ ਉਹ ਵੀ ਵਿਨ ਸਿਚੁਏਸ਼ਨ ਹੈ ਇਹਨਾਂ ਲਈ। ਬਾਕੀ ਇਹ ਆ ਵੀ ਜੇ ਕੋਈ ਜਾ ਵੀ ਰਿਹਾ ਇੱਥੋਂ ਮਾਈਗ੍ਰੇਟ ਕਰ ਰਿਹਾ ਤਾਂ ਇੱਥੇ ਆ ਵੀ ਰਹੇ ਆ, ਹਾਂਜੀ। ਤਾਂ ਇਹਨਾਂ ਨੂੰ ਇੱਥੇ ਫੈਸਿਲਿਟੀਜ਼ ਦੇਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਲੋਕਾਂ ਨੂੰ ਜਾਂ ਇਹ ਮਿਨੀਮਮ ਵੇਜ ਹੈ ਜਿਹੜੀ ਉਹ ਅਪ ਕਰ ਦੇਣ ontario ਤੋਂ, ਤਾਂ ਲੋਕ ਆਟੋਮੈਟਿਕਲੀ ਇੱਥੇ ਜਿਹੜੇ ਹੈਗੇ ਆ ਰਹਿਣਗੇ, ਚੂਜ਼ ਕਰਨਗੇ, ਕਿਉਂਕਿ ਇੱਥੇ ਜਿਹੜੇ ਹੈਗੇ ਆ ਰਹਿਣ ਲਈ ਸਾਨੂੰ ਜਿਹੜੇ ਹੈਗੇ ਆ ਜ਼ਿਆਦਾ ਮਹਿੰਗਾਈ ਨਹੀਂ ਗੀ ਜਾਂ ਅਸੀਂ ਘਰ ਜਲਦੀ ਅਫੋਰਡ ਕਰ ਸਕਦੇ ਹਾਂ, ਇਹ ਚੀਜ਼ਾਂ ਈਜ਼ੀ ਆ। ਤਾਂ ਸਾਡੇ ਕੋਲੇ ਪੁਆਇੰਟਸ ਹੈਗੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨ ਤੇ ਇਸ ਵਿਸ਼ੇ ਤੇ ਵੀ। ਤੇ ਪ੍ਰਿੰਸ ਤੁਸੀਂ ਬਾਕੀ ਹੁਣ ਮੈਨੀਟੋਬਾ ਗਵਰਨਮੈਂਟ ਜਿਹੜੀ ਆ ਉਹ ਕਲੇਮ ਕਰ ਰਹੀ ਹੈ ਵੀ ਸਾਤੋਂ
ਬਈ ਬੈਕਲੌਗ ਬਹੁਤ ਜ਼ਿਆਦਾ ਮਤਲਬ ਹੋ ਗਿਆ ਹੋਇਆ ਨਾ ਬਈ ਹੁਣ ਉਹਦੇ ਪਿੱਛੇ ਬੈਕਲੌਗ ਕਰਕੇ ਫੈਬਰਵਰੀ ਵਿੱਚ ਇੱਕ ਆਰਗੇਨਾਈਜੇਸ਼ਨ ਕ੍ਰੀਏਟ ਕੀਤੀ ਗਈ ਸੀ ਮੈਨੀਟੋਬਾ ਗਵਰਨਮੈਂਟ ਵੱਲੋਂ, ਜੋ ਕਿ ਡਿਸੀਜਨ ਲਊਗੀ ਮੈਨੀਟੋਬਾ ਦੇ ਇਮੀਗ੍ਰੇਸ਼ਨ ਮੈਟਰਸ ਤੇ। ਜਨਵਰੀ ਵਿੱਚ ਡਰਾਅ ਆਇਆ ਅਰਾਊਂਡ 400 ਐਂਡ ਸਮਥਿੰਗ, ਉਸ ਤੋਂ ਬਾਅਦ ਗਿਆ 615 612 ਫਿਰ ਅਗੇਨ 615 ਆਰਗੇਨਾਈਜੇਸ਼ਨ ਬਣੀ, ਡਿਸੀਜਨ ਲਿਆ, ਡਰਾਅ ਗਿਆ ਸਿੱਧਾ 780 ਤੇ ਜਾ ਕੇ। ਬਈ ਉੱਤੇ ਇਨਵੀਟੇਸ਼ਨਾਂ ਕਿੰਨੀਆਂ ਸਿਰਫ 50, ਉਸ ਤੋਂ ਬਾਅਦ ਵੀ ਇਨਵੀਟੇਸ਼ਨਾਂ ਕਿੰਨੀਆਂ ਜਾਂਦੀਆਂ 50 100 150 ਦੈਟਸ ਆਲ। ਠੀਕ ਹੈ, ਹੁਣ ਜਿਹੜੇ ਜੇ ਚੱਕਣੀ ਹੈ ਤੁਸੀਂ 50 100 ਆ ਤੇ ਹੁਣ ਬੈਕਲੌਗ ਤਾਂ ਆਟੋਮੈਟਿਕਲੀ ਕ੍ਰੀਏਟ ਹੋਣਾ ਨਾ ਵੀ ਐਂਡ ਤੇ ਆ ਕੇ ਤੁਸੀਂ ਕਹਿ ਰਹੇ ਹੋ ਵੀ ਸਾਤੋਂ ਮਤਲਬ ਕੋਟਾ ਪੂਰਾ ਹੋ ਗਿਆ, ਵੀ ਸਾਤੋਂ ਇਨਫ ਕੋਟਾ ਨਹੀਂ ਹੈਗਾ। ਹੁਣ ਰਾਈਟ ਨਾਓ ਤਾਂ ਮਤਲਬ ਸਟਾਰਟ ਆਫ ਦਾ ਈਅਰ ਆ, ਹੁਣ ਕਿਉਂ ਨਹੀਂ ਤੁਸੀਂ ਯੂਟੀਲਾਈਜ਼ ਕਰ ਰਹੇ ਹੋ? ਇਹ ਸਿਰਫ ਮਤਲਬ ਟਾਲ ਰਹੇ ਆ ਵੀ ਆਪਣੇ ਸਾਨੂੰ ਕਿਤੇ ਦੇਣਾ ਨਾ ਪਏ ਸਮਥਿੰਗ, ਤੇ ਗਵਰਨਮੈਂਟ ਨੂੰ ਜਲਦੀ ਕੁਝ ਕਰਨਾ ਪੈਣਾ ਇਸ ਵੇਲੇ, ਕਿਉਂਕਿ ਸਾਤੋਂ ਹੋਰ ਕੋਈ ਆਪਸ਼ਨ ਨਹੀਂ ਰਹਿਣੀ ਫਿਰ ਮੂਵ ਹੋਣ ਤੋਂ ਇਲਾਵਾ। And adding on the point to the backlog, I just wanted to say we know many of the immigration consultants, those who offered a help to MPs so that they can put their licenses on hold and help them to clearing up the backlog they have, right? But they denied it. So the thing is, if they need any kind of help, the point comes again, right? So if they need any kind of the help, they can ask us, and definitely there are many people who are always ready to help them. So if they want to clear the backlog, if somebody is helping them voluntarily, so they can come up and help them in clearing up those situations. Good. ਉਹਦੀ ਗੱਲ ਜਿਹੜੀ ਹੋਈ ਸੀ ਉਹਦਾ ਇਹ ਕਹਿ ਸੀ ਕਿ ਸਾਨੂੰ ਓਵਰਸੀਜ਼ ਦਾ ਪ੍ਰੈਸ਼ਰ ਬਹੁਤ ਸੀ। ਸੋ ਪਤਾ ਨਹੀਂ ਉਹ ਓਵਰਸੀਜ਼ ਦਾ ਪ੍ਰੈਸ਼ਰ ਕਿੱਦਾਂ ਉੱਥੋਂ ਬਾਹਰ ਬੈਠੇ ਬੰਦਿਆਂ ਤੋਂ ਇਹਨਾਂ ਤੇ ਹੋ ਗਿਆ ਕਿ ਸਾਡਾ ਜਿਹੜਾ ਪ੍ਰੈਸ਼ਰ ਆ ਉਹ ਇਹਨਾਂ ਨੂੰ ਦਿਖ ਨਹੀਂ ਰਿਹਾ। ਸੋ ਜਿਹੜਾ ਇੱਥੋਂ ਦਾ ਪ੍ਰੈਸ਼ਰ ਆ ਉਹ ਵੀ ਇਹਨਾਂ ਨੂੰ ਪਤਾ ਲੱਗੇ ਕਿ ਪ੍ਰੈਸ਼ਰ ਇੱਥੇ ਵੀ ਆ। ਇਹਨਾਂ ਦਾ ਪ੍ਰੈਸ਼ਰ ਦਿਖ ਰਿਹਾ, ਸਾਡਾ ਨਹੀਂ ਦਿਖ ਰਿਹਾ, ਸਾਡੇ ਤੇ ਕਿੰਨਾ ਪ੍ਰੈਸ਼ਰ। ਸੋ ਵਧੀਆ ਗੱਲ ਹੈ ਬਾਹਰੋਂ ਵੀ ਲੋਕ ਆਉਣ, ਕਿਉਂਕਿ ਉਹਨਾਂ ਦੀਆਂ ਫੈਮਿਲੀਜ਼ ਇੱਥੇ ਆ, ਜਾਂ ਹਰ ਕਿਸੇ ਨੂੰ ਇੱਕ ਓਪਰਚੁਨਿਟੀ ਮਿਲਣੀ ਚਾਹੀਦੀ ਅੱਗੇ ਗਰੋ ਕਰਨ ਦੀ ਲਾਈਫ ਦੇ ਵਿੱਚ। ਪਰ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਰੀਜ਼ਨੇਬਲ ਇਹਨਾਂ ਨੂੰ ਹੋਣਾ ਚਾਹੀਦਾ ਕਿ ਸ਼ਾਇਦ ਉਹ 1000 ਦੀ ਥਾਂ ਤੇ ਹੋ ਸਕਦਾ 500 ਉੱਧਰ ਦੇ ਕੇ ਥੋੜ੍ਹੀਆਂ ਇੱਧਰ ਦੇ ਦਿੰਦੇ। ਪਰ ਉਸ ਤੋਂ ਇਲਾਵਾ ਪ੍ਰਿੰਸ ਦਾ ਇੱਕ ਉਹ ਵੀ ਵੈਲਿਡ ਪੁਆਇੰਟ ਕਿ ਉਹਨਾਂ ਨੇ ਸ਼ਾਇਦ 2 ਸਾਲਾਂ ਦੇ ਵਿੱਚ ਸ਼ਾਇਦ ਇਹ ਪਹਿਲਾ ਡਰਾਅ ਕੱਢਿਆ ਓਵਰਸੀਜ਼ ਦਾ। ਪਰ ਆਈ ਥਿੰਕ ਉਹਦੀ ਟਾਈਮਿੰਗ ਜਿਹੜੀ ਆ ਉਹ ਇੱਕ ਮੈਚ ਵਧੀਆ ਹਾਲਾਤਾਂ 'ਚ ਨਹੀਂ ਕੀਤੀ, ਕਿਉਂਕਿ ਇੱਥੇ ਆਲਰੇਡੀ ਬਹੁਤ ਸਾਰੇ ਸਕਿਲਡ ਵਰਕਰ ਆਲਰੇਡੀ ਮੈਨੀਟੋਬਾ ਦੇ ਵਿੱਚ ਅਵੇਲੇਬਲ ਆ ਜਿਨ੍ਹਾਂ ਨੂੰ ਇਹ ਪੱਕੇ ਕਰ ਸਕਦੇ। ਕੋਵਿਡ ਦੇ ਦੌਰਾਨ ਇੱਥੇ ਕੌਣ ਮੂਵ ਹੋਏ ਸੀਗੇ? ਆਪਾਂ ਸਾਰਿਆਂ ਨੇ ਕੰਮ ਕੀਤਾ ਨਾ, ਹੱਥ ਖੜੇ ਕਰ ਲਓ, ਕੈਮਰੇ ਉੱਧਰ ਘੁਮਾ ਲਓ ਨਾਲ ਕਿ ਇਹਨਾਂ ਨੇ ਹੈਲਪ ਕੀਤੀ ਆ ਕੋਵਿਡ ਦੇ ਦੌਰਾਨ, ਜਦੋਂ ਸਾਰੇ ਬਾਕੀ ਘਰ ਬੈਠੇ ਸੀ, ਬੱਚੇ 24 ਘੰਟੇ ਕੰਮ ਕਰ ਰਹੇ, 12 ਘੰਟੇ ਸ਼ਿਫਟਾਂ ਲਾ ਰਹੇ ਸੀ। ਉਦੋਂ ਬੱਚੇ ਚਾਹੀਦੇ ਸੀ, ਵਰਕਰ ਚਾਹੀਦੇ ਸੀ, ਉਦੋਂ ਇਨਵਾਈਟ ਕੀਤੇ ਜਾ ਰਹੇ ਸੀ ਸਾਡੇ ਸੂਬੇ 'ਚ ਆਓ, ਹੁਣ ਕਹਿੰਦੇ ਕਿ ਨਹੀਂ ਅੱਖਾਂ ਮੀਚਲੀਆਂ। ਤੇ ਸਾਰੇ ਬੱਚੇ ਜਿਨ੍ਹਾਂ ਨੇ ਹੱਥ ਖੜੇ ਕੀਤੇ ਸਾਰੇ 2020 ਕੋਵਿਡ ਦੇ ਦੌਰਾਨ ਇੱਥੇ ਪੂਰੀ ਸਪੋਰਟ ਕਰਕੇ ਗਏ ਨੇ। ਦੇਖੋ ਜੀ, ਪਹਿਲਾਂ ਤੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਜੈਕਾਰੇ ਜ਼ਰੂਰ ਛੱਡਣੇ ਆ ਕਿ ਸਭ ਨੂੰ ਉਰੇ ਪਤਾ ਲੱਗੇ ਕਿ ਕੀ ਹੋ ਰਿਹਾ ਹੈ। ਸਾਰੇ ਨਾਲ ਬੋਲਿਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਥੋੜੀ ਗਰਮੀ ਵੀ ਆ ਗਈ ਸਾਰਿਆਂ ਨੂੰ, ਕਦੀ ਠੰਡ ਨਹੀਂ ਲੱਗਣ ਲੱਗੀ। ਸੋ ਇਸ ਤੋਂ ਇਲਾਵਾ ਮਗਰ ਤੱਕ ਸ਼ਾਇਦ ਆਵਾਜ਼ ਹੋ ਸਕਦਾ ਕਲੀਅਰ ਨਾ ਪਹੁੰਚ ਰਹੀ ਹੋਵੇ ਤੇ ਮਾਈਕ ਵੀ ਪਹੁੰਚ ਰਿਹਾ ਜਲਦੀ। ਜਦੋਂ ਆਪਾਂ ਪੀਆਰ ਹੋ ਜਾਂਦੇ ਆ, ਕਈ ਬੰਦੇ ਵੇਖੇ ਹੈਗੇ 1 ਵੀਕ ਦੇ ਬਾਅਦ ਹੀ ਕਹਿੰਦੇ ਜੀ ਆਪਾਂ ਬਾਏ ਟਾਟਾ। ਤਾਂ ਜੋ ਬੰਦਾ ਆਪਣੀ ਹੈਲਪ ਕਰ ਰਿਹਾ ਉਹ ਬੰਦੇ ਨੂੰ ਘੱਟੋ ਘੱਟ 2 ਮਹੀਨੇ 3 ਮਹੀਨੇ ਦਾ ਨੋਟਿਸ ਦਿਓ, ਤਾਂ ਕਿ ਉਹ ਨਿਊ EMPLOYEE ਰੱਖ ਕੇ ਉਹਨੂੰ ਟ੍ਰੇਨ ਕਰ ਲਿਆ ਉਹਦੀ ਜਗ੍ਹਾ ਤੇ। ਇਹ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਹੀ ਥਾਂ ਤੇ ਕੰਮ ਕਰਨਾ ਗਾ, ਤੁਹਾਨੂੰ ਬੈਟਰ ਅਪਰਚੁਨਿਟੀ ਮਿਲੂਗੀ, ਤੁਸੀਂ ਮੂਵ ਕਰੋਗੇ। ਠੀਕ ਹੈ, ਇਹ ਵੀ ਕਹਿੰਦੇ ਆ ਵੀ ਕਈ ਬੰਦੇ ਕਹਿੰਦੇ ਆ ਵੀ ਸਾਡੇ ਤੋਂ ਪੈਸੇ ਮੰਗਦੇ ਆ ਜੀ, ਸਾਨੂੰ ਪੈਸੇ ਦੇਣੇ ਪੈਂਦੇ ਹੈਗੇ। ਜੇ ਤੁਹਾਡੇ ਕੋਲ 3 ਸਾਲਾਂ ਦਾ ਵਰਕ ਪਰਮਿਟ ਹੈ, ਤੁਸੀਂ ਆਪਦੀ ਕੋਸ਼ਿਸ਼ ਜ਼ਰੂਰ ਕਰੋ, ਤੁਸੀਂ ਸੁਟੇਬਲ EMPLOYER ਲੱਭੋਗੇ। ਠੀਕ ਹੈ, ਇਹ ਨਾ ਹੋਵੇ ਵੀ ਮੁੜ ਕੇ ਤੁਸੀਂ ਬਾਅਦ ਦੇ ਵਿੱਚ ਘਰਦਿਆਂ ਨੂੰ ਨਹੀਂ ਦੱਸਦੇ ਕਿ ਤੁਸੀਂ ਰੋਂਦੇ ਹੋਗੇ ਵੀ ਸਾਡੇ ਕੋਲ ਜਿਹੜੀ ਸਾਡੀ ਕਮਾਈ ਸੀਗੀ ਅਸੀਂ ਉਹਨਾਂ ਨੂੰ ਦੇਤੀ ਹੈਗੀ। ਠੀਕ ਹੈ, ਤੁਹਾਡੇ ਕੋਲ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ, ਇਹਨਾਂ ਨਾਲ ਤੁਸੀਂ ਕੰਟੈਕਟ ਕਰੋ। ਠੀਕ ਹੈ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਕੰਸਲਟੈਂਟ ਮਾੜੇ ਹੀ ਹੁੰਦੇ ਹੈਗੇ, ਸਾਰੇ ਤੋਂ ਚਾਰਜ ਹੀ ਕਰਨਗੇ। ਠੀਕ ਹੈ, ਸਾਰੇ ਬਹੁਤੇ ਚੰਗੇ ਬੰਦੇ ਆ। ਵਰਿੰਦਰ ਜੀ ਖੜੇ ਰੈੱਡ ਬ੍ਰਿਜ ਇਮੀਗ੍ਰੇਸ਼ਨ ਤੋਂ, ਯਾਨੀ ਕਿ ਤੁਸੀਂ ਆਪਦੀ ਪ੍ਰੋਬਲਮ ਲੈ ਕੇ ਉਹਨਾਂ ਕੋਲ ਜਾਓ, ਉਹਨਾਂ ਨੂੰ ਦੱਸੋ।
ਵੀ ਸਾਡੇ ਕੋਲ ਆਹ ਸਟੱਡੀ ਆ, ਆਹ ਫੀਲਡ ਦਾ ਐਕਸਪੀਰੀਅੰਸ ਆ, ਵੀ ਸਾਨੂੰ ਇੰਪਲੋਇਰ ਲੱਭਣ ਦੇ ਵਿੱਚ ਹੈਲਪ ਕਰੋ। ਅੱਜ ਕੱਲ੍ਹ ਅਸੀਂ ਟਿਕਟੌਕ ਤੇ ਵੀ ਵੇਖਦੇ ਆ ਮੁੰਡੇ ਬਹੁਤ ਵੀਡੀਓ ਪਾਉਂਦੇ ਆ ਜਿਹੜੇ ਜੈਨੂਇਨ ਇੰਪਲੋਇਰ ਲੱਭ ਕੇ ਦਿੰਦੇ ਆ। ਠੀਕ ਹੈ, ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਜੇ ਤੁਹਾਡੀ ਇੰਪਲੋਇਰ ਹੈਲਪ ਕਰ ਰਿਹਾ ਤਾਂ ਤੁਸੀਂ ਵੀ ਉਹਦਾ ਪੂਰਾ ਸਾਥ ਦਿਓ। ਇਹ ਨਾ ਹੋਵੇ ਵੀ ਪੀਐਨਸੀ ਲੈਣ ਤੋਂ ਬਾਅਦ ਨਾਲ ਦੀ ਨਾਲ ਦੂਸਰੇ ਨੂੰ ਕਹਿੰਦੇ ਜੀ ਆਪਾਂ ਪੀਆਰ ਹੋ ਗਏ ਤੇ ਬਾਏ ਬਾਏ, ਥੈਂਕ ਯੂ ਜੀ। ਇਧਰ ਸਟੱਡੀ ਕਰ ਲਓ। ਸੋ ਆਪਣਾ ਕੁਐਸਚਨ ਉਹਨਾਂ ਨੂੰ ਇਹ ਹੋਣਾ ਚਾਹੀਦਾ, ਜੇ ਅਸੀਂ ਹੋਰ ਸਟੱਡੀ ਲੈ ਲੈਂਦੇ ਆ, ਕੀ ਤੁਸੀਂ ਸਾਨੂੰ ਅਗੇਨ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਫਰ ਕਰੋਗੇ? ਬਿਕਾਜ਼ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੁਹਾਨੂੰ ਲਾਈਫ ਟਾਈਮ ਸਿਰਫ ਇੱਕੋ ਵਾਰੀ ਮਿਲਦਾ ਹੈ ਨਾ। ਤੇ ਨੈਕਸਟ ਉਹ ਪੁਆਇੰਟ ਰੱਖਦੇ ਨੇ ਤੁਸੀਂ ਆਪਦਾ ਐਕਸਪੀਰੀਅੰਸ ਗੇਨ ਕਰੋ। ਤੁਸੀਂ ਤਾਂ ਸਾਨੂੰ 1 ਸਾਲ ਦੇ ਐਕਸਪੀਰੀਅੰਸ ਦੇ ਸਿਰਫ 10 ਪੁਆਇੰਟ ਦਿੰਦੇ ਹੋ, ਅਸੀਂ ਹੋਰ ਮੈਕਸਿਮਮ ਕਿੰਨਾ ਕੁ ਐਕਸਪੀਰੀਅੰਸ ਗੇਨ ਕਰ ਲਈਏ। ਨੈਕਸਟ ਉਹ ਕਹਿੰਦੇ ਆ ਤੁਸੀਂ ਆਪਦੀ ਲੈਂਗੁਏਜ ਸੁਧਾਰੋ। ਹੁਣ ਲੈਂਗੁਏਜ ਦੇ ਆਪਾਂ ਮੈਕਸਿਮਮ ਬੈਂਡਸ ਵੀ ਲੈ ਲਈਏ, ਆਪਾਂ ਉਹਨਾਂ ਨੂੰ ਕੁਐਸਚਨ ਕਰੋ ਕਿ ਕੀ ਤੁਸੀਂ ਲੋਅਰ ਕਰੋਗੇ ਪੁਆਇੰਟਸ ਜੇ ਅਸੀਂ ਮੈਕਸਿਮਮ ਹਰੇਕ ਚੀਜ਼ ਦੇ ਵਿੱਚ ਗੇਨ ਕਰ ਲੈਂਦੇ ਆ? ਕੀ ਤੁਸੀਂ ਸਾਡੇ ਡਰਾਜ਼ ਕੱਢੋਗੇ? ਉਹਨਾਂ ਦਾ ਆਨਸਰ ਹੋਊਗਾ ਨਹੀਂ, ਕਿਉਂਕਿ ਉਹਨਾਂ ਦੇ ਕੋਟੇ ਹੀ, ਉਹ ਕਹਿੰਦੇ ਸਾਡੇ ਕੋਟੇ ਹੀ ਪੂਰੇ ਹੋ ਗਏ। ਤਾਂ ਕੋਟੇ ਕੀ ਸਾਡੇ ਕਰਕੇ ਪੂਰੇ ਹੋ ਗਏ? ਜਨਵਰੀ ਦੇ ਡਰਾਜ਼ ਆਇਆ, ਟੈਂਪਰੇਰੀ ਸਟੇਟਸ ਹੋਣ ਕਰਕੇ ਤੁਹਾਨੂੰ ਟੈਕਸ ਦੇ ਵਿੱਚ ਤੇ ਕੋਈ ਵੀ ਜਿਹੜੀ ਰਿਆਇਤ ਨਹੀਂ ਹੈਗੀ। ਤੇ ਫਿਰ ਤੁਹਾਡੇ ਨਾਲ ਇਹੋ ਜਿਹਾ ਤੁਹਾਨੂੰ ਇਹ ਚੀਜ਼ਾਂ ਦੇ ਲਈ ਆਪਦੇ ਹੱਕ ਮੰਗਣ ਦੇ ਲਈ ਇੱਥੇ ਆ ਠੰਡ ਦੇ ਵਿੱਚ ਖੜਨਾ ਪਵੇ। ਸੋ ਕੋਸ਼ਿਸ਼ ਤੇ ਕੀਤੀ ਸੀ ਕਿ ਕੋਈ ਮਿਨਿਸਟਰ ਦੇ ਆਫਿਸ ਤੋਂ ਆ ਕੇ ਇੱਥੇ ਬੋਲ ਜਾਂਦਾ, ਪਰ ਆਈ ਥਿੰਕ ਉਹ ਕਿਤੇ ਹੋਰ ਸਟੇਟ ਦੇ ਵਿੱਚ ਗਏ ਨੇ। ਸਟੇਟ 'ਚ ਗਏ ਕਿ ਸਿਟੀ? ਬ੍ਰੈਂਡਨ ਗਏ ਆ। ਹਾਂਜੀ, ਬ੍ਰੈਂਡਨ ਉਹ ਪੋਸਟਾਂ ਪਾਉਂਦੇ ਰਹਿੰਦੇ ਨੇ। ਕੱਲ ਕਿਸੇ ਨੇ ਪੁੱਛਿਆ ਸੀ ਕਿ ਉਹ ਖਾਣ ਪੀਣ ਦੀਆਂ ਪੋਸਟਾਂ ਕਾਫੀ ਪਾਉਂਦੇ ਰਹਿੰਦੇ ਅੱਜ ਕੱਲ੍ਹ ਉਹ, ਤੇ ਉਹ ਕਹਿੰਦੇ ਕਿ ਪੋਲੀਟੀਕਲੀ ਉਹਨਾਂ 'ਤੇ ਪ੍ਰੈਸ਼ਰ ਹੁੰਦਾ ਕਿ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਾਉਣੀਆਂ ਪੈਂਦੀਆਂ ਐਜ਼ ਅ ਪੋਲੀਟੀਸ਼ੀਅਨ। ਤੇ ਹੋ ਸਕਦਾ ਕਿ ਸ਼ਾਇਦ ਇੱਥੇ ਆ ਕੇ ਵੀ ਇੱਕ ਦੀ ਪਾ ਦਿੰਦੇ ਸਾਰਿਆਂ ਨੂੰ ਕੋਈ ਨਾ ਕੋਈ ਤੇ ਆਸਰਾ ਮਿਲਦਾ ਘਰੇ ਜਾ ਕੇ ਕਿ ਕੋਈ ਖੱਟ ਕੇ ਲਿਆਂਦਾ ਸੀ, ਪਰ ਖੱਟ ਕੇ ਆਪਾਂ ਜ਼ਰੂਰ ਲੈ ਕੇ ਚੱਲੇ ਆ। ਇੱਕ ਯੂਨਿਟੀ ਜਿਹੜੀ ਆ ਉਹ ਇੱਥੇ ਦਿਖਦੀ ਆ। ਜੇ ਅੱਜ ਇੱਥੇ 400 ਬੰਦਾ, ਅਗਲੀ ਵਾਰ ਮੈਨੂੰ ਲੱਗਦਾ 800 ਹੋਊਗਾ ਜੇ ਇਹਨਾਂ ਨੇ ਕੋਈ ਆਪਣਾ ਹੱਲ ਨਾ ਕੱਢਿਆ। ਹਾਂਜੀ। ਐਂਡ ਸੈਕੰਡ ਪੁਆਇੰਟ ਮੈਂ ਬਾਰ-ਬਾਰ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ, ਪਲੀਜ਼ ਆਈ ਨੋ ਵੀ ਆਪਾਂ ਸਾਰੇ ਹੀ ਮੈਂਟਲ ਸਟ੍ਰੈਸ ਤੋਂ ਮਤਲਬ ਉਸ ਦੌਰ ਤੋਂ ਲੰਘ ਰਹੇ ਆ। ਸੋ ਬਾਰ-ਬਾਰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਹੈਲਪ ਦੀ ਲੋੜ ਹੈ ਜਾਂ ਕੋਈ ਵੀ ਤੁਹਾਨੂੰ ਕੁਛ ਵੀ ਚਾਹੀਦਾ ਤਾਂ ਪਲੀਜ਼ ਲੈਟ ਅਸ ਨੋ ਵੀ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ। ਪਲੀਜ਼ ਡੋਂਟ ਟਰਾਈ ਟੂ ਹਾਰਮ ਯੋਰਸੈਲਵਸ ਔਰ ਯੂ ਨੋ ਵੀ ਡੋਂਟ ਵਾਂਟ ਕਿ ਤੁਸੀਂ ਆਪਦੀ ਪ੍ਰੈਸ਼ੀਅਸ ਲਾਈਫ ਨੂੰ ਗਵਾਓ। ਠੀਕ ਹੈ, ਤੇ ਤੁਹਾਡੇ ਪੇਰੈਂਟਸ, ਤੁਹਾਡੀ ਫੈਮਲੀਜ਼, ਤੁਹਾਡੇ ਸਿਬਲਿੰਗਸ ਇਸ ਚੀਜ਼ ਨੂੰ ਸਫਰ ਕਰਨ, ਬਿਕਾਜ਼ ਕਿਸੇ ਨੂੰ ਕੋਈ ਇਸ ਚੀਜ਼ ਦਾ ਘਾਟਾ ਨਹੀਂ ਪੈਣਾ। ਜੋ ਘਾਟਾ ਪੈਣਾ ਉਹ ਸਿਰਫ ਆਪਣੇ ਮਾਪਿਆਂ ਨੂੰ ਪੈਣਾ, ਰਾਈਟ? ਸੋ ਬਾਰ-ਬਾਰ ਇਹੀ ਬੇਨਤੀ ਆ। ਆਈ ਨੋ ਜਿਹੜੇ ਈਮੇਲਸ ਕਰ ਰਹੇ ਨੇ ਵੀ ਸਾਨੂੰ ਮੈਂਟਲ ਸਟ੍ਰੈਸ ਦਾ ਡਰਾਜ਼ ਨਹੀਂ ਨੀਚੇ ਆ ਰਹੇ, ਅਸੀਂ ਲੂਜ਼ ਕਰ ਰਹੇ ਹਾਂ ਆਪਦੇ ਸਟੇਟਸ, ਐਂਡ ਦ ਗਵਰਨਮੈਂਟ ਇਜ਼ ਸੇਇੰਗ ਕਿ ਤੁਸੀਂ ਸਾਈਕੈਟ੍ਰਿਸਟ ਨੂੰ ਮਿਲੋ, ਤੁਸੀਂ ਆਪਦੀਆਂ ਯੂ ਨੋ ਵੀ ਤੁਸੀਂ ਲਓ ਮਤਲਬ ਉਹਨਾਂ ਤੋਂ ਸੈਸ਼ਨਸ ਲਓ, ਰਾਈਟ? ਸੋ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਾਂ ਨੂੰ ਕੋਈ ਇੱਦਾਂ ਦੀ ਭਿਆਨਕ ਯੂ ਨੋ ਇੱਕ ਸਟ੍ਰੈਸ ਲੈਵਲ ਹੋਵੇ, ਇੱਕ ਬਿਮਾਰੀ ਲੱਗੇ ਜੋ ਆਪਣੀ ਹੈਲਥ ਨੂੰ ਆਪਾਂ ਨੂੰ ਵਿਗਾੜ ਸਕੇ। ਸੋ ਬਾਰ-ਬਾਰ ਸਾਰਿਆਂ ਨੂੰ ਇਹੀ ਬੇਨਤੀ ਹੈ, ਪਲੀਜ਼ ਲੈਟ ਅਸ ਨੋ ਵੀ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ। Try to discuss with each other and try to help each other and ask for help if you need. So don't harm yourselves. It's gonna be only your loss and your family's loss. No one else is going to suffer through that. ਰੇਜ਼ ਹੁੰਦੇ ਰਹਿਣ ਤਾਂ ਕਿ ਇਹਨਾਂ ਦੇ ਕੰਨਾਂ ਤੱਕ ਉਹ ਆਵਾਜ਼ ਜਿਹੜੀ ਕਨਸਟੈਂਟਲੀ ਪਹੁੰਚਦੀ ਰਹੇ ਕਿ ਇਹੋ ਜਿਹੀ ਸਿਚੁਏਸ਼ਨ ਨਾ ਆਵੇ ਕਿ ਸਾਨੂੰ 2 ਸਾਲ ਬਾਅਦ ਆ ਕੇ ਇਕੱਠੇ ਹੋਣਾ ਪਵੇ। ਬਿਲਕੁਲ ਇਹ ਨਹੀਂ ਹੈਗਾ ਵੀ ਅੱਜ ਆਪਾਂ ਨੂੰ ਪੀਆਰ ਮਿਲ ਜੂਗੀ ਵਿਦਿਨ 1 ਜਾਂ 2 ਡਰਾਸ ਕੱਢ ਦੂਗੇ ਵੀ ਅਸੀਂ ਓਕੇ ਜੀ, ਇਹਨਾਂ ਨੂੰ ਪ੍ਰੋਬਲਮ ਅਸੀਂ ਇਦਾਂ ਕਰਤਾ ਹੈ ਨਾ, ਤੇ ਆਪਾਂ ਕਵਾਂਗੇ ਜੀ ਸਾਡਾ ਕੰਮ ਮੁੱਕਿਆ, ਅਸੀਂ ਪੀਆਰ ਲੈ ਲਈ, ਵੀ ਆਰ ਫ੍ਰੀ ਟੂ ਗੋ, ਰਾਈਟ? ਇਦਾਂ ਨਹੀਂ ਹੋਊਗਾ। ਜੇ ਤੁਸੀਂ ਅੱਜ ਖੜੇ ਆ, ਅੱਜ ਤੁਹਾਡੇ ਲਈ ਕੋਈ ਖੜਾ ਤਾਂ ਕੱਲ ਨੂੰ ਤੁਹਾਨੂੰ ਵੀ ਉਹਨਾਂ ਲਈ ਖੜਨਾ ਪਊਗਾ, ਰਾਈਟ? ਸੋ ਬਸ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸ਼ੋ ਯੂਰ ਯੂਨਿਟੀ ਐਜ਼ ਸ਼ੋਨ ਟੁਡੇ, ਸੋ ਬੀ ਯੂਨਾਈਟਿਡ, ਵੀ ਵਿਲ ਗੈਟ ਸਮਥਿੰਗ ਆਊਟ ਆਫ ਇਟ ਡੈਫੀਨੇਟਲੀ। ਐਨੀਬਡੀ? ਮੇਰਾ ਇੱਕੋ ਇੱਕ ਕੁਐਸਚਨ ਆ, ਕਿਉਂਕਿ ਆਪਾਂ ਨੂੰ ਵੀ ਪਤਾ ਕਿੰਨੀਆਂ ਫਾਈਲਾਂ ਪੂਲ ਵਿੱਚ ਪਈਆਂ ਨੇ। ਅਗਰ ਮੰਨ ਲਓ ਇਹ ਡਰਾ ਥੱਲੇ ਵੀ ਕਰਦਾ ਤਾਂ ਇਹਨਾਂ ਕੋਲ ਫਿਰ ਵੀ ਫਾਈਲਾਂ ਬਹੁਤ ਜ਼ਿਆਦਾ ਹੋ ਜਾਣੀਆਂ। ਤਾਂ ਫਿਰ ਇਹ ਨਾ ਕਰਨ ਵੀ ਮੰਨ ਲਓ ਵੀ 6 ਜਾਂ 7 ਮਹੀਨੇ ਜਾਂ 8 ਮਹੀਨੇ ਇਹ ਕਹਿ ਦੇਣ ਵੀ ਸਾਡੇ ਕੋਲ ਤਾਂ ਫਾਈਲਾਂ ਹੀ ਬਹੁਤ ਪਈਆਂ ਜੀ, ਇੰਨਾ ਟਾਈਮ ਲੱਗੂਗਾ। ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਇਹ ਚੀਜ਼ ਲਈ ਇਹਨਾਂ ਨੂੰ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ, ਕਿਉਂਕਿ ਇਹਨਾਂ ਕੋਲ ਫਾਈਲਾਂ ਬਹੁਤ ਜ਼ਿਆਦਾ ਪਈਆਂ ਨੇ। ਸੋ ਮੇਰੀ ਤਾਂ ਇਹ ਰਿਕੁਐਸਟ ਆ, ਸੋ ਇਹਨਾਂ ਨੂੰ ਪਹਿਲਾਂ ਹੀ ਪ੍ਰੀਪੇਅਰ ਕਰ ਲੈਣਾ ਚਾਹੀਦਾ। ਥੈਂਕ ਯੂ। ਬਿਲਕੁਲ, ਹਾਂਜੀ, ਫਾਈਲਾਂ ਬਹੁਤ ਜ਼ਿਆਦੀਆਂ। ਉਹ ਆਪਾਂ ਨੂੰ ਇੱਕ ਵਾਰੀ ਦੱਸਣ ਕਿੰਨੀਆਂ ਫਾਈਲਾਂ ਪਈਆਂ ਤਾਂ ਕਿ ਇਹਨੂੰ ਪਤਾ ਲੱਗੇ ਵੀ ਕੀ ਹਿਸਾਬ ਹੈ ਇਹਨਾਂ ਦਾ, ਕਿੰਨਾ ਕੋਟਾ ਇਸ ਵਾਰ ਲੈ ਕੇ ਆ ਰਹੇ ਨੇ ਫੈਡਰਲ ਤੋਂ। ਟਾਈਮ ਹੋਣਾ ਚਾਹੀਦਾ, ਕਿਉਂਕਿ ਮੇਰਾ ਇੱਕ ਫਰੈਂਡ 18 ਮੰਥ ਤੋਂ ਵੇਟ ਕਰ ਰਿਹਾ ਸੀਗਾ, ਤੇ ਸਿਰਫ ਉਹਨੂੰ ਭਾਜੀ ਇੱਕ ਇਹੋ ਜਿਹਾ ਬੰਦਾ ਹੀ 24 ਮਹੀਨੇ ਦੇ ਵਿੱਚ ਉਹਨੂੰ ਕੁਝ ਨਹੀਂ ਹੋਇਆ, ਉਹਨੂੰ ਇੰਡੀਆ ਹੀ ਵਾਪਸ ਜਾਣਾ ਪਿਆ।
ਕਿਉਂਕਿ ਉਹ ਸਟ੍ਰੈਸ ਸੀਗਾ ਉਹਦੇ ਦਿਮਾਗ ਤੇ, ਪਤਾ ਨਹੀਂ ਮੈਂ ਕੀ ਕਰੂੰਗਾ। ਉਹਨੂੰ ਇੰਡੀਆ ਹੀ ਚਲਾ ਗਿਆ, ਕਹਿੰਦਾ ਮੈਂ ਪਾਗਲ ਹੋਣ ਤਾਂ ਆਇਆ ਨਹੀਂ ਸੀ ਕੈਨੇਡਾ ਵਿੱਚ। ਮੈਂ ਤਾਂ ਕੈਨੇਡਾ ਦੀ ਗੱਲ ਕਰੂੰ, ਮੈਨੀਟੋਬਾ ਦੀ ਨਹੀਂ। ਕੈਨੇਡਾ ਕੋਈ ਪਾਗਲ ਹੋਣ ਨਹੀਂ ਆਇਆ, ਸਾਰੇ ਆਪਦਾ ਫਿਊਚਰ ਬਣਾਉਣ ਆਇਆ। ਗਵਰਨਮੈਂਟ ਇਨਵਾਈਟ ਕਰਦੀ ਹੈ ਸਟੂਡੈਂਟਸ ਨੂੰ, ਜੇ ਇਨਵਾਈਟ ਕੀਤਾ ਵਾ ਉਹਨਾਂ ਦਾ ਸੈਟਲਮੈਂਟ ਪਲਾਨ ਵੀ ਦਿਖਾਓ, ਜਾਂ ਹੋਰ ਸੱਦੋ ਨਾ, ਝੂਠੇ ਵਾਅਦੇ ਨਾ ਲਾਓ, ਝੂਠੇ ਲਾਰੇ ਨਾ ਲਾਓ ਕਿ ਪਹਿਲਾਂ ਹੀ ਉੱਥੋਂ ਜਹਾਜ਼ ਚੜ੍ਹਨ ਲੱਗੇ ਅਸੀਂ ਦਿੱਲੀੋਂ ਸੋਚੀਏ ਕਿ ਹਾਂ ਭਾਈ ਉੱਥੇ PR ਨਹੀਂ ਹੋਣੀ। ਜਿਵੇਂ ਆਸਟ੍ਰੇਲੀਆ ਨੇ ਹੱਥ ਖੜੇ ਕਰਦੇ ਸੀ, UK ਨੇ ਹੱਥ ਖੜੇ ਕਰ ਦਿਓ ਭਾਈ, ਸਾਡੇ ਤੋਂ ਨਹੀਂ ਹੁੰਦਾ। ਜੇ ਹੁੰਦਾ ਤਾਂ ਹੀ ਸੱਦੋ, ਨਹੀਂ ਤਾਂ ਸੱਦੋ ਨਾ। ਜਿੰਨੇ ਵੀ ਹੈਗੇ ਇੱਥੇ ਅੱਜ, ਜਿੰਨੇ ਵੀ ਇਕੱਠੇ ਹੋਏ ਆ ਨਾ, ਇਦੋਂ ਡਬਲ ਹਜੇ ਕੰਮਾਂ ਤੇ ਗਏ ਹੋਏ ਨਹੀਂ ਸਾਰੇ ਪਹੁੰਚਦੇ। ਤਾਂ ਮੈਂ ਚਾਹੁੰਦਾ ਸਾਰੇ ਜਣੇ ਰਲ ਕੇ ਇੱਕ ਵਾਰੀ ਫੇਰ ਟਵੀਟ, ਜੋ ਵੀ ਹੈਸ਼ਟੈਗ ਯੂਜ਼ ਕਰਨੇ, ਈਮੇਲ ਕਰਨੀ ਹੈ, ਸਾਰੇ ਇਕੱਠੇ ਕਰੀਏ ਹੈ ਨਾ। ਇੱਕ ਜੇਕਰ ਕਿਸੇ ਦੀ ਇੱਕ ਜਾਣੇ ਦੀ ਪ੍ਰੋਬਲਮ ਹੈ ਨਾ, ਸਾਰੇ ਉਹਨੂੰ ਆਪਦੀ ਪ੍ਰੋਬਲਮ ਸਮਝਿਆ ਕਰੋ। ਇਹ ਨਹੀਂ ਉਹਦਾ ਆਹ ਪ੍ਰੋਬਲਮ, ਉਹਦੀ ਆ, ਸਾਰਿਆਂ ਦੀ ਆਪਣੀ ਇਕੱਠੀ ਪ੍ਰੋਬਲਮ ਹੀ ਹੈ, ਇੱਕੋ ਹੀ ਪ੍ਰੋਬਲਮ ਰਹਿਣੀ ਚਾਹੀਦੀ ਹੈ। ਬਿਲਕੁਲ। ਜੇਕਰ ਕਿਸੇ ਨੂੰ ਕੋਈ ਮੈਂਟਲ ਹੈਲਥ ਦਾ ਕੋਈ ਵੀ ਇਸ਼ੂ ਹੁੰਦਾ ਵਾ, ਤੁਸੀਂ ਆਨਲਾਈਨ ਜਾ ਕੇ ਵੈਬਸਾਈਟ ਹੈਗੀ ਆ, ਉੱਥੇ ਵੀ ਕਾਉਂਸਲਿੰਗ ਕਰ ਸਕਦੇ ਹੋ, ਫ੍ਰੀ ਆਫ ਕਾਸਟ। ਗਵਰਨਮੈਂਟ ਦੀਆਂ ਵੈਬਸਾਈਟਸ ਹੈਗੀਆਂ ਵਾ, ਮੈਨੂੰ ਵੀ ਕਾਲ ਕਰ ਸਕਦੇ ਹੋ, ਜਾਂ ਮੇਰੇ ਹੋਰ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਕੰਟੈਕਟ ਨੰਬਰ ਭਾਜੀ ਇੰਦਰ ਤੋਂ ਵੀ ਲੈ ਸਕਦੇ ਹੋ ਤੁਸੀਂ ਸਾਡੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਅੱਜ ਲੈਜਿਸਲੇਟਿਵ ਅਸੈਂਬਲੀ ਜਿਹੜੀ ਵਿਨੀਪੈਗ ਦੀ ਆ ਉੱਥੇ ਖੜੇ ਹੈਗੇ। ਅੱਜ ਜਿਹੜੇ ਵਰਕਰਸ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸਾਡੇ ਨਾਲ ਵੀਰ ਖੜੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਰਿਸ਼ਵ ਸ਼ਰਮਾ ਜੀ। ਕਿਉਂ ਅੱਜ ਇੱਥੇ ਖੜੇ ਹੋ ਸੀ? ਮਤਲਬ ਦੇਖੋ ਜੀ, ਆਪਣੇ ਜਿਹੜੇ PNP ਦੇ ਡਰਾਅ ਨੇ, ਇਹ ਕੁਛ ਕੁ ਚਿਰ ਤੋਂ ਬਹੁਤ ਹੀ ਜ਼ਿਆਦਾ ਹਾਈ ਚੱਲਦੇ ਪਏ ਨੇ ਜੀ। ਉਹਦੇ ਪ੍ਰੋਟੈਸਟ ਦੇ ਵਿੱਚ ਆਪਾਂ ਖੜੇ ਆ, ਪੀਸਫੁਲ ਪ੍ਰੋਟੈਸਟ ਹੈ ਜੀ। ਬਿਲਕੁਲ। ਆਪਣੀ ਬਸ ਮੰਗ ਤੇ ਆਪਣੇ ਹੱਕਾਂ ਲਈ ਖੜੇ ਆ, ਵੀ ਉਹਦੀ ਉਹ ਮੰਗ ਕਰਦੇ ਆ ਵੀ ਸਾਰਿਆਂ ਲਈ ਇਕੁਅਲ ਚਾਂਸ ਹੋਣਾ ਚਾਹੀਦਾ। ਐ ਨਹੀਂ ਵੀ ਜੇ ਤੁਹਾਡੇ ਕੋਲ ਬੈਕਲੌਗ ਜ਼ਿਆਦਾ ਨੇ ਤਾਂ ਤੁਸੀਂ ਉਹਨਾਂ ਕੰਨੀ ਧਿਆਨ ਦਿਓਗੇ ਵੀ ਕਿਹੜੇ ਹੋਰ ਜਿਵੇਂ ਯੂਕਰੇਨ ਤੋਂ ਵੀ ਚਲੋ ਆਏ ਨੇ ਰਿਫਿਊਜੀ। ਆਪਣੇ ਲਈ ਵੀ ਅਸੀਂ ਵੀ ਇਸ ਇਕਨੋਮੀ ਨੂੰ ਬੂਸਟ ਅਪ ਕਰਦੇ ਪਏ ਆ, ਰਿਸੈਸ਼ਨ ਦਾ ਟਾਈਮ ਆਈ ਹੈ ਨਾ, ਵੀ ਅਸੀਂ ਚਾਂਸ ਹੀ ਮੰਗਦੇ ਆ ਵੀ ਸਾਨੂੰ ਇੱਕ ਮੋਟਿਵ ਹੋਣਾ ਚਾਹੀਦਾ। ਅਸੀਂ ਜੇ ਕੰਮ ਕਰਦੇ ਪਏ ਆ, ਤੁਹਾਡੀ ਹੈਲਪ ਕਰਦੇ ਪਏ ਆ, ਇਕਨੋਮੀ ਅਸੀਂ ਇੱਥੇ ਇਸੇ ਲਈ ਆਏ ਆ ਵੀ ਸਾਨੂੰ ਵੀ ਇੱਕ ਮੋਟਿਵ ਹੋਣਾ ਚਾਹੀਦਾ ਵੀ ਤੁਸੀਂ ਲੇਖੇ ਲਾਓ ਜੋ ਸਾਡਾ ਅਸੀਂ ਮਿਹਨਤ ਕਰਦੇ ਪਏ ਆ। ਇੰਨੀ ਠੰਡ ਦੇ ਵਿੱਚ ਸਾਰੇ ਸਟੂਡੈਂਟ ਅੱਜ ਕੱਲ੍ਹ ਬਹੁਤ ਸਟ੍ਰੈਸ ਦੇ ਅੰਦਰ ਜਾ ਰਹੇ ਨੇ ਤੇ ਬਹੁਤ ਸੁਸਾਈਡਲ ਥਾਟਸ ਵੀ ਆ ਰਹੇ ਨੇ ਉਹਨਾਂ ਦੇ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਜਦ ਕਿ ਉਹ ਆਪਣੇ ਘਰੋਂ ਪਹਿਲਾਂ ਹੀ ਇੰਨੀ ਦੂਰ ਆਏ ਹੋਏ ਨੇ ਹੈ ਨਾ, ਵੀ ਉਹਨਾਂ ਨੂੰ ਐਂ ਹੀ ਲੱਗਣਾ ਚਾਹੀਦਾ ਵੀ ਹਾਂਜੀ ਸਰਕਾਰ ਸਾਡੇ ਨਾਲ ਖੜੀ ਆ। ਡਰਾਅ ਥੱਲੇ ਆਣਗੇ, PR ਹੋਣਗੇ, ਉਦੋਂ ਵੀ ਤਾਂ ਕੰਮ ਕਰਨਗੇ, ਉਦੋਂ ਵੀ ਇਕਨੋਮੀ ਨੂੰ ਬੂਸਟ ਕਰਨਗੇ। ਤੇ ਕਿਉਂ ਨਾ ਹੁਣੇ ਤੋਂ ਆਹ ਚੀਜ਼ ਸਹੀ ਕੀਤੀ ਜਾਵੇ ਵੀ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਨੂੰ ਇੰਨੀ ਪ੍ਰੋਬਲਮ ਫੇਸ ਨਾ ਕਰਨੀਆਂ ਪੈਣ। ਬਿਲਕੁਲ ਜੀ। ਜਿਹੜਾ ਬੈਕਲੌਗ ਵੱਧਦਾ ਜਾ ਰਿਹਾ ਉਹ ਇਸ ਕਰਕੇ ਹੈਗਾ ਕਿਉਂਕਿ ਡਰਾਈ ਜਦੋਂ 50 ਜਾਂ 60 ਬੰਦਿਆਂ ਦਾ ਆਉਂਦਾ, ਜਿਹੜਾ ਕਾਫੀ ਟਾਈਮ ਬਾਅਦ ਜਿਹੜਾ ਡਰਾ ਨਿਕਲਦਾ, ਉੱਥੇ 50 ਜਾਂ 60 ਬੰਦਿਆਂ ਨੂੰ ਹੀ ਮੌਕਾ ਮਿਲਦਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ, ਜਿਹੜੇ ਵਰਕਰ ਨੇ ਇੱਥੇ ਕੈਨੇਡਾ ਦੇ ਵਿੱਚ ਬਾਹਰਲੇ ਸਟੇਟਾਂ ਤੋਂ ਇੱਥੇ ਮੈਨੀਟੋਬਾ ਦੇ ਵਿੱਚ ਪਹੁੰਚਦੇ ਨੇ। ਤੇ ਮੈਨੀਟੋਬਾ ਦੇ ਵਿੱਚ ਆਪਣੇ ਆਪ ਨਹੀਂ ਪਹੁੰਚਦੇ ਕਿਉਂਕਿ ਗਵਰਨਮੈਂਟ ਆਫ ਮੈਨੀਟੋਬਾ ਇਹਨਾਂ ਨੂੰ PNP ਪ੍ਰੋਗਰਾਮ ਦੇ ਅਧੀਨ ਇੱਥੇ ਬੁਲਾਉਂਦੀ ਹੈ ਵੀ ਤੁਸੀਂ ਆਓ, ਇੱਥੇ ਕੰਮ ਕਰਦੇ ਨੇ, ਟੈਕਸ ਪੇ ਕਰਦੇ ਨੇ। ਗਵਰਨਮੈਂਟ ਨੂੰ ਵੀ ਚਾਹੀਦਾ ਹੈਗਾ ਕੁਛ ਨਾ ਕੁਛ ਇਹਨਾਂ ਬਾਰੇ ਸੋਚਣ, ਕਿਉਂਕਿ ਇੱਦਾਂ ਜੇ ਆਏ ਵਾਰੀ ਜਿਹੜਾ ਡਰਾ ਉਹ 50 ਜਾਂ 60 ਦਾ ਹੀ ਨਿਕਲਦਾ ਰਿਹਾ ਜਾਂ 700 ਤੋਂ ਉੱਤੇ ਪੁਆਇੰਟ ਰਹੇ ਤੱਕ ਨੰਬਰ ਕਿਹਦਾ ਆਊਗਾ। ਇਸ ਕਰਕੇ ਜਿਹੜੇ ਵੀਰ ਦੱਸਦੇ ਨੇ, ਜਿਵੇਂ ਕਾਫੀ ਬੱਚੇ ਨੇ ਜਿਹੜੇ ਉਹ ਸਟ੍ਰੈਸ ਦੇ ਵਿੱਚ ਜਾ ਰਹੇ ਨੇ, ਮੈਂਟਲੀ ਅਪਸੈਟ ਨੇ। ਪਿੱਛੋਂ ਕਿਸੇ ਨੇ ਮੈਰਿਜ ਕਰਾਉਣ ਜਾਣਾ, ਪਿੱਛੇ ਕਿਸੇ ਨੇ ਉਡੀਕ ਆ, ਕਿਸੇ ਕੋਲ ਵੀਜ਼ਾ ਨਹੀਂ ਹੁੰਦਾ, ਉਹਨਾਂ ਨੇ ਬੈਕ ਉਹਦੇ ਵਿੱਚ ਵੀ ਉਹਦੇ ਜਿਹੜੇ ਪੇਰੈਂਟਸ ਨੇ ਜਾਂ ਬ੍ਰਦਰ ਸਿਸਟਰ ਉੱਥੇ ਉਡੀਕਦੇ ਨੇ ਵੀ ਸਾਡਾ ਭਰਾ ਪੱਕਾ ਹੋਊਗਾ ਤੇ ਇੰਡੀਆ ਬੈਕ ਆਊਗਾ। ਉਹ ਇਸ ਕਰਕੇ ਮਤਲਬ ਗਵਰਨਮੈਂਟ ਆਫ ਮੈਨੀਟੋਬਾ ਦੇ ਜਿੰਨੇ ਵੀ ਅੰਦਰ ਬੈਠੇ ਨੇ ਬਾਹਰ, ਉਹਨਾਂ ਦੇ ਵਿੱਚੋਂ ਲੀਡਰਾਂ ਦੇ ਵਿੱਚੋਂ ਕੋਈ ਨਹੀਂ ਪਹੁੰਚਿਆ ਹੈਗਾ। ਆਉਣਾ ਚਾਹੀਦਾ ਸੀ, ਸੁਣਨਾ ਚਾਹੀਦਾ ਸੀਗਾ। ਇੰਨੀ ਠੰਡ ਦੇ ਵਿੱਚ ਮਾਈਨਸ ਮੇਰੇ ਖਿਆਲ 14-15 ਫੀਲ ਲਾਈਕ ਹੈਗਾ ਤੇ ਵਿੰਡ ਚੱਲ ਰਹੀ ਹੈਗੀ ਆ। ਲੀਡਰ ਅੰਦਰ ਬੈਠੇ ਗਰਮੀ ਦੇ ਵਿੱਚ ਅੰਦਰ ਨਿੱਘ ਮਾਣ ਰਹੇ ਨੇ ਤੇ ਲੋਕ ਇੱਥੇ ਠੋਠਰ ਕਰਦੇ ਨੇ। ਸੋ ਇਹਨਾਂ ਚੀਜ਼ਾਂ ਵੱਲ ਵੀ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਇਹ ਲੋਕ ਕੰਮੇ ਨੇ, ਇੱਥੇ ਕੰਮ ਕਰਨ ਆਏ ਨੇ, ਤੁਹਾਨੂੰ ਟੈਕਸ ਪੇ ਕਰਦੇ ਨੇ, ਕੋਈ ਫ੍ਰੀ ਦੇ ਵਿੱਚ ਇੱਥੇ ਰਹਿ ਨਹੀਂ ਰਿਹਾ ਹੈਗਾ। ਹੋਰ ਬੰਦੇ ਨਾਲ ਵੀ ਗੱਲ ਕਰਦੇ ਜੀ ਵੀਰ ਜੀ। ਹਾਂਜੀ ਵੀਰ ਜੀ, ਕੀ ਕਹੋਗੇ? ਵੀਰੇ ਇਹੀ ਕੰਸਰਨ ਆ ਵੀ ਅਰਾਊਂਡ 1.5 ਸਾਲ ਹੋ ਗਿਆ ਮੈਨੂੰ ਮੇਰਾ ਵਰਕ ਐਕਸਪੀਰੀਅੰਸ ਪੂਰਾ ਹੋਏ ਨੂੰ ਤੇ ਸਟਿਲ ਸਟਰਗਲ ਕਰ ਰਹੇ ਆ। ਪਹਿਲਾਂ ਹੋਪ ਸੀ ਦਸੰਬਰ ਤੋਂ ਬਾਅਦ ਸ਼ਾਇਦ ਡਰਾਅ ਆ ਜਾਵੇ ਹੈ ਨਾ, ਨਿਊ ਈਅਰ ਤੋਂ ਬਾਅਦ ਵੀ ਕੁਛ ਇਹਨਾਂ ਨਵਾਂ ਦੁਬਾਰਾ। ਪਹਿਲਾਂ ਕਹਿੰਦੇ ਸੀ ਬੈਕਲੌਗ ਆ ਸਾਡਾ ਹੈ ਨਾ ਤੇ ਕੋਟਾ ਪੂਰਾ ਹੋ ਚੁੱਕਿਆ। ਫਿਰ ਉਮੀਦ ਸੀਗੀ ਵੀ ਹਾਂ ਸ਼ਾਇਦ ਜਨਵਰੀ 'ਚ ਹੋ ਜਾਊਗਾ, ਫਰਵਰੀ 'ਚ ਹੋ ਜਾਊਗਾ, ਪਰ ਜਿਸ ਹਿਸਾਬ ਨਾਲ ਲਾਸਟ ਡਰਾਅ ਹੋਇਆ ਵਾ 730 ਸਮਥਿੰਗ ਦਾ, ਤੇ ਉਸ ਅਕੋਰਡਿੰਗ ਤਾਂ ਲੱਗ ਨਹੀਂ ਰਿਹਾ ਵੀ ਇਹਨਾਂ ਨੇ ਕੁਛ ਕਰਨਾ ਚਾਹੁੰਦੇ ਨੇ ਕੁਛ। ਜਦੋਂ ਵੀ ਇਹਨਾਂ ਨੂੰ ਕੋਈ ਕੁਐਸਚਨ ਪੁੱਛਿਆ ਜਾਂਦਾ ਜਾਂ ਈਮੇਲ ਕੀਤੀ ਜਾਂਦੀ ਆ, ਇਹਨਾਂ ਦਾ ਇੱਕੋ ਹੀ ਰਿਸਪੌਂਸ ਹੁੰਦਾ ਵੀ ਤੁਸੀਂ ਆਪਦੇ ਪੁਆਇੰਟ ਵਧਾ ਸਕਦੇ ਹੋ, ਸਟੱਡੀ ਦੁਬਾਰਾ ਲੈ ਲਓ ਜਾਂ ਤੁਸੀਂ ਆਇਲਸ ਕਰ ਲਓ। ਆਇਲਸ ਦੇ ਸਕੋਰ ਆਲਰੇਡੀ ਫੁੱਲ ਆ ਹੈ ਨਾ, 1-2 ਘੱਟਦੇ ਜੇ ਘੱਟਦੇ ਸਾਰੇ ਮੋਸਟਲੀ ਸਾਰੇ ਬੰਦੇ ਵਾਧੂ ਪੁਆਇੰਟ ਲੈ। ਜਿਹੜੇ ਆਇਲਟਸ ਦੇ ਸਕੋਰ ਹੁੰਦੇ ਨੇ ਜਿਵੇਂ 8 ਜਾਂ 10 ਆ, ਮੈਕਸਿਮਮ 10 ਹੈਗਾ, ਤੇ ਮੰਨ ਲਓ ਸਪੋਜ਼ ਕਰੋ ਕਿਸੇ ਦਾ 9 ਵੀ ਆ ਜਾਂਦੇ ਨੇ, ਉਹਦਾ ਵੀ ਨੰਬਰ ਤਾਂ ਬਣਦੇ ਨਹੀਂ ਹੈਗੇ। ਮੈਕਸਿਮਮ 615 ਪੁਆਇੰਟ। ਇਹਨਾਂ ਨੂੰ ਪੁੱਛਿਆ ਨਹੀਂ ਹੈਗਾ ਜੀ ਕਦੇ ਮਤਲਬ ਈਮੇਲ ਦੇ ਵੀ ਸਾਨੂੰ ਤਾਂ ਦੱਸ ਦਿਓ ਵੀ ਅਸੀਂ ਸਕੋਰ ਕਿਵੇਂ ਵਧਾਈਏ, ਕਿਹੜਾ ਰਬੜਾ ਵੀ ਫੜ ਕੇ ਵਧਾ ਦਾਂਗੇ।
ਰਿਸਪੌਂਸ ਉਹ ਬਸ ਸੇਮ ਰਿਸਪੌਂਸ ਦੇਈ ਜਾਂਦੇ ਹਮੇਸ਼ਾ ਵੀ, ਜਾਂ ਸਟੱਡੀ ਦੁਬਾਰਾ ਲੈ ਲਓ ਜਾਂ ਤੁਸੀਂ ਕੋਈ ਉਹ ਆਇਲਟਸ ਦੁਬਾਰਾ ਕਰ ਲਓ, ਆਪਦੀ ਇੰਗਲਿਸ਼ ਇੰਪਰੂਵ ਕਰ ਲਓ, ਬਸ ਆਹੀ ਉਹ ਸੇਮ ਕਹਿੰਦੇ ਰਹਿੰਦੇ ਹਮੇਸ਼ਾ ਹੀ। ਬਿਲਕੁਲ ਜੀ, ਜਿਹੜੇ ਲੀਡਰ ਨੇ ਉਹ ਬਸ ਇੱਕ ਲਾਰੀ ਲਾਉਂਦੇ ਹੁੰਦੇ ਨੇ, ਜਿਵੇਂ ਵੀਰ ਜੀ ਨੇ ਦੱਸਿਆ ਵੀ ਆਪਣੇ ਆਇਲਟਸ ਨੂੰ ਇੰਪਰੂਵ ਕਰ ਲਓ ਜਾਂ ਹੋਰ ਸਕੋਰ ਵਧਾ ਲਓ। ਸਕੋਰ ਵਧਾਉਣ ਦਾ ਵੀ ਤਰੀਕਾ ਵੀ ਕੋਈ ਦੱਸਣ। ਸਾਰੇ ਜਾਣੇ ਬੈਠੇ ਨੇ, ਪੜ੍ਹੇ ਲਿਖੇ ਨੇ, ਸਾਰੇ ਜਾਣੇ ਕੰਮ ਕਰਨ ਨੂੰ ਤਿਆਰ ਨੇ, ਪੜ੍ਹਨ ਨੂੰ ਦੁਬਾਰਾ ਵੀ ਤਿਆਰ ਨੇ, ਪਰ ਇੱਕ ਵਾਰੀ ਕੋਈ ਪੈਟਰਨ ਦਾ ਹੋਵੇ ਜਿਹਦੇ ਵਿੱਚ ਇਹਨਾਂ ਨੂੰ ਦੱਸਿਆ ਜਾਵੇ ਵੀ ਐਦਾਂ ਤੁਹਾਡਾ ਜਿਹੜਾ ਸਕੋਰ ਆ ਉਹ ਵੱਧ ਸਕਦਾ। ਕੀ ਕਹੋਗੇ ਜੀ? ਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਵੀ ਪੇ ਕੀਤੀ ਹੋਈ ਆ ਫੀਸ 3 ਗੁਣਾ ਸਾਰਿਆਂ ਤੋਂ, ਡੋਮੈਸਟਿਕ ਬੱਚਿਆਂ ਤੋਂ ਵੱਧ ਕੀਤੀ ਹੋਈ ਆ ਪੇ। ਚਲੋ ਹੋਰ ਨਹੀਂ ਕੁਛ ਤਾਂ ਫੇਅਰ ਸਾਰਿਆਂ ਲਈ ਹੋਣਾ ਚਾਹੀਦਾ ਸੇਮ। ਜੇ ਤੁਸੀਂ ਬਾਕੀਆਂ ਨੂੰ ਪੱਕੇ ਕਰ ਰਹੇ ਹੋ, ਓਵਰਸੀਜ਼ ਨੂੰ ਪੱਕੇ ਕਰ ਰਹੇ ਹੋ, ਸਾਡਾ ਵੀ ਪੂਰਾ ਹੱਕ ਬਣਦਾ ਇੱਥੇ। ਬਿਲਕੁਲ ਜੀ, ਹੋਰ ਵੀ ਕੰਟਰੀਆਂ ਤੋਂ ਬੁਲਾ ਹੀ ਰਹੇ ਨੇ। ਹਾਂਜੀ, ਤੇ ਉੱਤੋਂ ਜੇ ਇਹਨਾਂ ਨੂੰ ਕੁਝ ਕਹਿ ਰਹੇ ਆ ਕਿ ਅਸੀਂ ਸਫਰ ਕਰ ਰਹੇ ਹਾਂ ਕਿ ਸਾਡਾ ਕੋਈ ਵਰਕ ਪਰਮਿਟ ਖਤਮ ਹੋ ਰਿਹਾ ਜਾਂ ਕੁਛ, ਤੇ ਕਹਿੰਦੇ ਆ ਕਿ ਤੁਸੀਂ ਸਾਈਕੈਟਰਿਸਟ ਨੂੰ ਮਿਲੋ ਜਾਂ ਤੁਸੀਂ ਕਿਸੇ ਨੂੰ ਇੱਦਾਂ ਡਾਕਟਰ ਨਾਲ ਗੱਲ ਕਰ ਲਓ ਕਿ ਤੁਸੀਂ ਆਪਣੇ ਦਿਮਾਗੀ ਹਾਲਾਤ। ਨਹੀਂ, ਡਾਕਟਰ ਨਾਲ ਮਿਲਣਾ ਮਤਲਬ ਜਿਹੜੀ ਪੀਆਰ ਆ ਉਹ ਦੇ ਦੇਣਗੇ? ਹਾਂਜੀ, ਉਹੀ ਕਹਿੰਦੇ ਕਿ ਉਹ ਜਦੋਂ ਵੀ ਕੁਐਸਚਨ ਪੁੱਛੇ ਜਾਂਦੇ ਉਹਨਾਂ ਨੂੰ ਕਹਿੰਦੇ ਆ ਕਿ ਮੈਂਟਲੀ ਤੁਸੀਂ ਆਪਣਾ ਡਾਕਟਰ ਵੱਲੋਂ ਦੇਖੋ। ਜੇ ਨਹੀਂ ਪੀਆਰ ਦਾ ਆ ਰਿਹਾ ਤੇ ਮਤਲਬ ਕਿ ਜਿੰਨੇ ਕੋਟਾ ਹੈਗੇ ਆ, ਜਿੰਨੇ ਡਰਾ ਆ ਰਹੇ ਆ, ਉਨੇ ਹੀ ਆਉਗੇ। ਤੁਸੀਂ ਜੇ ਕਰਨਾ ਚਾਹੁੰਦੇ ਤਾਂ ਆਪਣੇ ਆਇਲਸ ਦੇ ਸਕੋਰ ਵਧਾ ਲਓ, ਜੋ ਕਿ ਮੈਕਸਿਮਮ ਵੀ 615 ਚੱਲ ਰਹੇ ਆ। ਤੇ ਇਹ ਤੋਂ ਵੱਧ ਜੇ ਕੋਈ ਹੋਰ ਪ੍ਰੋਵਿੰਸ ਤੋਂ ਆਇਆ, ਉਹ ਤੋਂ 615 ਤੋਂ ਵੱਧ ਕੁਝ ਕਰ ਨਹੀਂ ਸਕਦਾ ਕੋਈ ਬੰਦਾ। ਹਾਂਜੀ ਜੀ, ਬਿਲਕੁਲ ਇੱਕ ਹਾਸੋਹੀਣੀ ਗੱਲ ਆ ਜਿਹੜੀ ਲੀਡਰ ਜਾਂ ਇਹਨਾਂ ਵੱਲੋਂ ਘੜਿਆ ਜਵਾਬ ਆਉਂਦਾ ਵੀ ਤੁਸੀਂ ਸਾਈਟ੍ਰਿਕਸ ਨੂੰ ਮਿਲੋ ਜਾਂ ਕਿਸੇ ਡਾਕਟਰ ਨੂੰ ਮਿਲੋ। ਪੁੱਛਣ ਵਾਲੀ ਗੱਲ ਹੈ ਵੀ ਜਿਹੜੇ ਲੀਡਰ ਅੰਦਰ ਬੈਠੇ ਨੇ ਵੀ ਤੁਸੀਂ, ਤੁਹਾਡਾ ਦਿਮਾਗ ਖਰਾਬ ਹੋ ਸਕਦਾ, ਜਨਤਾ ਦਾ ਨਹੀਂ, ਕਿਉਂਕਿ ਜਨਤਾ ਇੱਥੇ ਕੰਮ ਕਰਕੇ ਟੈਕਸ ਪੇ ਕਰਦੀ ਆ। ਤੇ ਕਿਹੜੇ ਡਾਕਟਰ ਨੂੰ ਮਿਲ, ਇਹ ਜੇ ਕਿਹੜਾ ਡਾਕਟਰ, ਕੋਈ ਡਾਕਟਰ ਦਾ ਐਡਰੈਸ ਦਿੱਤਾ ਜਾਵੇ ਵੀ ਡਾਕਟਰ ਨੂੰ ਮਿਲ ਕੇ ਤੁਸੀਂ ਇਹਨਾਂ ਨੂੰ ਪੀਆਰ ਆ ਜਿਹੜੀ ਕਰਾ ਸਕਦੇ। ਖੜੇ ਨੇ ਇਹਨਾਂ ਨਾਲ ਵੀ ਗੱਲ ਕਰਦੇ। ਹਾਂਜੀ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਲੱਗ ਰਿਹਾ ਤੁਹਾਨੂੰ ਵੀ ਕੋਈ ਚਾਂਸਸ ਹੈਗੇ ਨੇ ਗਵਰਨਮੈਂਟ ਜਾਗੂ ਕੁਛ? ਅਕੋਰਡਿੰਗ ਟੂ ਜਿੱਦਾਂ ਕਹਿ ਲਓ ਕਿ ਹੋਊਗਾ ਹੀ 400 ਦੇ ਲਾਗੇ ਅੱਜ ਆਏ ਆ, ਮੈਨੂੰ ਲੱਗਦਾ ਕੁਛ ਨਾ ਕੁਛ ਤਾਂ ਇੰਪੈਕਟ ਹੋਏਗਾ ਇਹਨਾਂ ਜੀ। ਹਾਂਜੀ, ਚੱਕਰ ਆ ਵਾ ਕਿ ਇਹ ਕੁਛ ਕਰ ਵੀ ਨਹੀਂ ਰਹੇ, ਪ੍ਰੋਸੈਸਿੰਗ ਟਾਈਮ ਵੀ ਬਹੁਤ ਸਲੋ ਆ ਇਹਨਾਂ ਦੇ। ਤੇ ਮੈਨੂੰ ਆਪ ਹੱਡ ਬੀਤੀ ਆ, ਮੇਰਾ 8 ਮਹੀਨੇ ਦਾ ਵਰਕ ਪਰਮਿਟ ਰਹਿ ਗਿਆ। ਜਦੋਂ ਵਰਕ ਪਰਮਿਟ ਆਇਆ ਜੀ ਤੇ ਮੈਨੂੰ ਕੋਵਿਡ ਦੇ ਵਿੱਚ ਤੁਹਾਨੂੰ ਪਤਾ ਫਲਾਈਟ ਸੀਗੀਆਂ ਬੰਦ, ਮੇਰੇ ਮੋਮ ਹੋ ਗਏ ਐਕਸਪਾਇਰ, ਤਾਂ ਮੈਨੂੰ ਇੰਡੀਆ ਜਾਣਾ ਪਿਆ ਤੇ ਮੈਂ ਉੱਥੇ ਸਟਕ ਹੋ ਗਿਆ ਪੈਂਡੇਮਿਕ ਵਿੱਚ ਐਟਲੀਸਟ 7 ਮਹੀਨੇ। ਤੇ ਜਦੋਂ ਮੈਂ ਆਇਆ ਤਾਂ ਮੈਂ ਆਪ 3 ਲੱਖ ਦੀ ਟਿਕਟ ਲੈ ਕੇ ਆਇਆ ਵਾਇਆ ਕਹਿ ਲਓ ਕਿ 3rd ਕੰਟਰੀ। 4 ਦਿਨ 'ਚ ਮੈਂ ਇੱਥੇ ਪਹੁੰਚਿਆ। ਹੁਣ ਜੇ ਮੈਂ ਆਪਣੀ ਉਹ ਚੀਜ਼ ਲੈ ਕੇ ਵਰਕ, ਇਹਨਾਂ ਨੂੰ ਕੁਛ ਨਾ ਕੁਛ ਕਰਨਾ, ਇੱਦਾਂ ਦਾ ਵੀ ਪਲੇਟਫਾਰਮ ਕਰਨਾ, ਓਪਨ ਕਰਨਾ ਚਾਹੀਦਾ ਕਿ ਜਿੱਦਾਂ ਕਹਿ ਲਓ ਕਿ ਕੁਛ ਵੀ ਰੱਬ ਨਾ ਕਰੇ ਚੰਗਾ ਮਾੜਾ, ਜਿੱਦਾਂ ਕਹਿ ਲਓ ਸਟਕ, ਜਿੱਦਾਂ ਮੈਂ 7 ਮਹੀਨੇ ਆਪਣੇ ਵੇਸਟ ਕੀਤੇ ਆ 3 ਸਾਲ ਦੇ ਵਰਕ ਪਰਮਿਟ ਦੇ ਵਿੱਚੋਂ। ਜੇ ਕਹਿ ਲਓ ਕਿ ਕੱਲ੍ਹ ਨੂੰ ਮੇਰਾ ਵਰਕ ਪਰਮਿਟ ਖਤਮ ਹੋ ਰਿਹਾ, ਨਹੀਂ ਸੌਂਦੇ ਪਏ ਕੁਛ ਵੀ, ਜੋ ਇਹਨਾਂ ਦੀਆਂ ਰਿਕੁਆਇਰਮੈਂਟਸ ਆ ਉਹ ਅਸੀਂ ਪੂਰੀਆਂ ਕੀਤੀਆਂ ਆਲਰੇਡੀ। ਤੇ ਇਹਨਾਂ ਨੂੰ ਚਾਹੀਦਾ ਵਾ ਕਿ ਉਸ ਬਿਹਾਵ 'ਤੇ ਵੀ ਐਕਸਟੈਂਸ਼ਨ ਦੇ ਦੇਣ, ਬਿਕੋਜ਼ ਉਹਨਾਂ ਨੂੰ ਵੀ ਪਤਾ, ਕਿਉਂਕਿ ਅਸੀਂ ਕੰਮ ਸਿੰਧ ਕੀਤਾ ਨਹੀਂ ਆ, ਸਾਰਾ ਰਿਕਾਰਡ ਇਹਨਾਂ ਤੋਂ। ਉਹ 7 ਮਹੀਨੇ ਮੈਂ ਇੰਡੀਆ ਸਟਕ ਰਿਹਾ ਰਾਈਟ। ਬਿਲਕੁਲ ਜੀ, ਕੁਝ ਜਿਹੜੇ ਵਰਕਰਸ ਨੇ ਜਾਂ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਇਹ ਵੀ ਕੰਸਰਨ ਹੈਗਾ, ਕਿਉਂਕਿ ਕੋਵਿਡ ਦੇ ਦੌਰਾਨ ਜਿਹੜੇ ਇੰਡੀਆ ਦੇ ਵਿੱਚ ਬੰਦੇ ਸਟਕ ਹੋਏ ਨੇ, ਵੀਰ ਜੀ ਨੇ ਦੱਸਿਆ ਵੀ 3rd ਕੰਟਰੀ ਦੇ ਵਿੱਚ ਦੀ 3 ਲੱਖ ਰੁਪਏ ਦੀ ਟਿਕਟ ਲੈ ਕੇ ਆਏ, ਪੈਸਾ ਖਰਚਿਆ, ਇੱਥੇ ਆ ਕੇ ਟੈਕਸ ਪੇ ਕਰਦੇ ਆ। ਇਹਨਾਂ ਨੂੰ ਘੱਟੋ ਘੱਟ ਜਿਹੜੀ ਉਹਦੀ ਐਕਸਟੈਂਸ਼ਨ ਦਿੱਤੀ ਜਾਵੇ ਤਾਂ ਵੀ ਉਹਦੇ ਨਾਲ ਕੁਝ ਰਾਹਤ ਮਿਲੂਗੀ। ਮੈਂਟਲੀ ਸਟ੍ਰੈਸ ਜਿੰਨੇ ਬੰਦੇ ਇੱਥੇ ਖੜੇ ਨੇ ਸਾਰਿਆਂ ਦੇ ਉੱਤੇ ਵੱਧਦਾ ਜਾ ਰਿਹਾ। ਕੀ ਕਹੋ ਵੀਰ ਜੀ? ਹਾਂਜੀ, ਅਸੀਂ ਮੰਨ ਕੇ ਚਲੋ ਵੀ 3 ਸਾਲ ਹੋ ਗਏ ਮੈਨੂੰ, ਤਕਰੀਬਨ 4 ਸਾਲ। ਮੈਂ 4 ਸਾਲ ਟੈਕਸ ਭਰਿਆ, ਠੀਕ ਆ। ਤੇ ਉਹਦੇ ਬਦਲੇ ਮੈਨੂੰ ਕੀ ਮਿਲਿਆ? ਉਹਦੇ ਬਦਲੇ ਮੈਨੂੰ ਮਿਲਿਆ ਵੀ ਅੱਜ ਤੋਂ ਜੂਨ ਦੇ ਵਿੱਚ ਮੇਰਾ ਵਰਕ ਪਰਮਿਟ ਸੀਗਾ, ਮਈ ਦੇ ਵਿੱਚ ਮੇਰਾ ਵਰਕ ਪਰਮਿਟ ਐਕਸਪਾਇਰ ਹੋਇਆ ਤੇ ਮੈਂ ਅਪਲਾਈ ਕੀਤਾ ਤੇ ਜੂਨ ਦੇ ਵਿੱਚ ਮੈਂ ਬਾਰਡਰ ਕ੍ਰਾਸ ਕੀਤਾ। ਕੰਟਰੀ ਲੀਵ ਨਹੀਂ ਕਰ ਸਕਦੇ ਆਪਾਂ, ਮੈਨੂੰ ਪਤਾ ਨਹੀਂ ਸੀਗਾ। ਇਹਨਾਂ ਦੇ ਅਫਸਰ ਦੇ ਮਤਲਬ ਕਿ ਇਹਨਾਂ ਨੂੰ ਕਨਫਿਊਜ਼ਨ ਆ ਇਹਨਾਂ ਦੀ ਆਪਸ ਦੇ ਵਿੱਚ। ਮੈਂ 5 ਗੇੜੇ ਲਾਏ ਆ, 5 ਦੇ ਵਿੱਚੋਂ 4 ਗੇੜਿਆਂ ਦੇ ਵਿੱਚ ਮੈਂ ਉਹਨਾਂ ਨੂੰ ਕਨਫਰਮ ਕੀਤਾ ਵੀ ਮੈਂ ਕ੍ਰਾਸ ਕਰ ਸਕਦਾ ਕੰਟਰੀ। ਕਹਿੰਦੇ ਕਰ ਸਕਦਾ, ਕੋਈ ਚੱਕਰ ਨਹੀਂ। ਅਪਲਾਈਡ ਸਟੇਟਸ ਨੇ ਮੈਂ 4 ਗੇੜੇ ਲਾਏ ਆ। 5ਵੇਂ ਗੇੜੇ ਜਦੋਂ ਮੈਂ ਅਮਰੀਕਾ ਤੋਂ ਕੈਨੇਡਾ ਐਂਟਰ ਕੀਤਾ, ਇਹਨਾਂ ਨੇ ਚੱਕ ਕੇ ਮੈਨੂੰ ਉੱਥੇ ਵਿਜ਼ਟਰ ਵੀਜ਼ਾ ਦਿੱਤਾ। 4 ਸਾਲਾਂ ਦਾ ਟੈਕਸ ਭਰਿਆ ਮੈਂ, ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਵਿਜ਼ਟਰ ਵੀਜ਼ਾ ਦਿੱਤਾ ਜੂਨ ਦਾ। ਹੁਣ ਮੈਂ ਘਰੇ ਬੈਠਾ, ਠੀਕ ਆ। ਜੂਨ ਤੋਂ ਲੈ ਕੇ ਤੇ ਹੁਣ ਤੱਕ ਮੈਂ ਘਰੇ ਬੈਠਾ ਹਾਂ ਤੇ ਮੇਰੀ ਇਨਕਮ ਜ਼ੀਰੋ ਹੈ, ਠੀਕ ਆ। ਤੇ ਮੇਰੀ ਵਾਈਫ ਆ, ਮੇਰੀ ਡਾਟਰ ਆ 1.5 ਸਾਲ ਦੀ, ਤੇ ਕਿੰਨਾ ਖਰਚਾ ਮੈਨੇਜ ਕਰਨਾ। ਬਿਲਕੁਲ ਜੀ, ਬਹੁਤ ਵੀਰ ਜੀ ਨੇ ਜਿਵੇਂ ਦੱਸਿਆ ਬਹੁਤ ਔਖਾ ਹੈਗਾ ਸਰਵਾਈਵ ਕਰਨਾ ਇਦਾਂ ਦੀ ਸਿਚੁਏਸ਼ਨ ਦੇ ਵਿੱਚ। ਪੀਆਰ ਲੱਗੀ ਨੂੰ ਮੇਰੀ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ। ਉਹਦਾ ਪੀਆਰ ਦਾ ਕੋਈ ਨੰਬਰ ਨਹੀਂ ਆਇਆ, ਕੋਈ ਡਿਸੀਜਨ, ਫਾਈਲ ਨੰਬਰ ਵਗੈਰਾ? ਫਾਈਲ ਨੰਬਰ ਆਇਆ, ਉਹ ਤੇ ਮਤਲਬ ਡਿਸੀਜਨ ਨਹੀਂ ਅਪਡੇਟ ਕੋਈ ਨਹੀਂ। ਜੇ ਤੁਸੀਂ ਉਹਨਾਂ ਨੂੰ ਮੇਲ ਕਰਦੇ ਹੋ ਕੀ ਆਨਸਰ ਆਉਂਦਾ? ਕੋਈ ਅਪਡੇਟ ਨਹੀਂ। ਉਹ ਕਹਿੰਦੇ ਜਿਹੜੀਆਂ ਬੈਕਲੌਗ ਇਕੱਠਾ ਹੋਇਆ ਸਾਡੇ ਕੋਲੇ ਤੇ ਜਿਹੜੀਆਂ ਤੁਹਾਨੂੰ ਵੇਟ ਕਰਨੀ ਪਊਗੀ, ਜਿਹੜੀਆਂ ਯੂਕਰੇਨ ਦੀਆਂ ਤੇ ਦੂਜੀਆਂ ਫਾਈਲਾਂ, ਉਹਨਾਂ ਤੇ ਅਸੀਂ ਕਰ ਰਹੇ ਹਾਂ। ਤੇ ਬਿਲਕੁਲ ਜੀ, ਸਰਕਾਰਾਂ ਨੇ ਦੇਖੋ ਮੌਕਾ ਪ੍ਰਸਤ ਹੁੰਦੀਆਂ ਨੇ,
ਇਹ ਕਿ ਜਿਵੇਂ ਹੁਣ ਯੂਕਰੇਨ ਤੋਂ ਬੰਦੇ ਬੁਲਾਏ ਨੇ, ਅਸੀਂ ਨਹੀਂ ਕਹਿੰਦੇ ਵੀ ਕਿਸੇ ਨੂੰ ਬੁਲਾਓ, ਜਿਹਨੂੰ ਮਰਜ਼ੀ ਬੁਲਾਓ, ਪਰ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੀ ਵੀ ਸੁਣਨੀ ਚਾਹੀਦੀ ਹੈਗੀ ਆ, ਕਿਉਂਕਿ ਲੋਕ ਇੱਥੇ ਰਹਿ ਕੇ, ਜਿਵੇਂ ਵੀਰ ਜੀ ਨੇ ਦੱਸਿਆ ਵੀ 3-4 ਸਾਲ ਤੋਂ ਇੱਥੇ ਟੈਕਸ ਦਿੱਤਾ ਹੈਗਾ ਤੇ ਹੁਣ ਆ ਕੇ ਵਿਜ਼ਟਰ ਵੀਜ਼ਾ ਫੜਾਤਾ, ਤੇ ਹੁਣ ਵਿਜ਼ਟਰ ਨੂੰ ਕਿਹੜਾ ਇਹ ਘੁੰਮਣ ਆਏ ਨੇ, ਇੱਥੇ ਕੰਮ ਕਰਨ ਆਏ ਨੇ, ਕੰਮ ਕਰਕੇ ਟੈਕਸ ਪੇ ਕਰਦੇ ਨੇ, ਉਹਦੇ ਆਧਾਰ ਦੇ ਉੱਤੇ ਇਹਨਾਂ ਦਾ ਪੱਕਾ ਹੋਣਾ ਇੱਥੇ ਬਣਦਾ ਹੈਗਾ। ਪਰ ਅੰਦਰ ਜਿਹੜੀ ਲੀਡਰਸ਼ਿਪ ਅੱਜ ਬੈਠੇ ਨੇ, ਅੰਦਰ ਸੁਣਨ ਦੇ ਵਿੱਚ ਆਇਆ ਵੀ ਅੰਦਰ ਹੀ ਬੈਠੇ ਨੇ, ਪਰ ਬਾਹਰ ਕੋਈ ਨਹੀਂ ਆ ਰਿਹਾ ਹੈਗਾ। ਟੈਕਸ ਮੈਂ 4 ਸਾਲਾਂ ਦੇ ਵਿੱਚ ਗਵਰਨਮੈਂਟ ਨੂੰ ਭਰਿਆ ਤੇ 8-9 ਮਹੀਨੇ ਤੋਂ ਗਵਰਨਮੈਂਟ ਮੇਰੀ ਕੋਈ ਹੈਲਪ ਨਹੀਂ ਕਰ ਰਹੀ, ਕੋਈ ਮੈਨੂੰ ਇਨਕਮ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਆ ਰਹੀ, ਤੇ ਹੈਲਪ ਮੇਰੀ ਮੇਰੇ ਫਰੈਂਡ ਕਰ ਰਹੇ ਆ। ਟੈਕਸ ਗਵਰਨਮੈਂਟ ਨੂੰ ਭਰਿਆ, ਹੈਲਪ ਫਰੈਂਡ ਕਰ ਰਹੇ ਆ, ਕੋਈ ਲੌਜਿਕ ਹੈ ਨਹੀਂ ਮੇਰੇ ਹਿਸਾਬ ਨਾਲ। ਬਿਲਕੁਲ ਜੀ, ਵੀਰ ਜੀ ਨੇ ਦੇਖੋ ਜਿਵੇਂ ਦੱਸ ਰਹੇ ਨੇ ਵੀ ਟੈਕਸ ਤਾਂ ਖੈਰ ਗਵਰਨਮੈਂਟ ਨੂੰ ਜਾਣਾ ਹੁੰਦਾ, ਗਵਰਨਮੈਂਟ ਨੂੰ ਟੈਕਸ ਭਰਿਆ, ਪਰ ਗਵਰਨਮੈਂਟ ਕੀ ਕਰਦੀ ਆ, ਜੇ ਚਾਹੇ ਤਾਂ 1 ਮਿੰਟ ਦੇ ਵਿੱਚ ਗੌਰ ਕਰਕੇ ਲੋਕਾਂ ਨੂੰ ਸਾਰਿਆਂ ਨੂੰ, ਕੋਈ ਜ਼ਿਆਦਾ ਨਹੀਂ ਹੈਗਾ, ਆਈ ਥਿੰਕ ਮੇਰੇ ਖਿਆਲ 1000 ਕ ਬੰਦਾ ਹੋਊਗਾ ਜੀ ਇੱਥੇ ਹੋਣਗੇ ਜੀ, ਇਦੋਂ ਵੱਧ ਨਹੀਂ ਜਿਹੜੇ ਮਤਲਬ ਕਹਿਣ ਤੋਂ ਭਾਵੇਂ ਵੀ ਜਿਹੜੇ ਮਤਲਬ ਇਦਾਂ ਦੇ ਜਿਹੜੇ ਕੇਸ ਜਿਨ੍ਹਾਂ ਦੇ ਫਸੇ ਹੋਏ ਨੇ 1000 ਕ ਬੰਦਾ ਹੈਗਾ। 1000 ਕ ਬੰਦੇ ਦੀ ਕੀ ਗੱਲ ਆਈ, ਜਦੋਂ ਗਵਰਨਮੈਂਟ ਮੈਨੀਟੋਬਾ ਗਵਰਨਮੈਂਟ ਬਾਹਰਲੇ ਬੰਦੇ ਨੂੰ ਲਿਆ ਕੇ ਇੱਥੇ ਪੱਕਾ ਕਰ ਸਕਦੀ ਆ, ਜਿਨ੍ਹਾਂ ਦਾ ਕੋਈ ਇੱਥੇ ਇੱਕ ਪੰਜੀ ਦਾ ਮਤਲਬ ਕਿਸੇ ਨੇ ਟੈਕਸ। ਬਸ ਆਏ ਹੀ ਮਜਬੂਰੀ 'ਚ ਹੁਣ ਇਕੱਠੇ ਹੋਏ ਆ ਜੀ। ਹਾਂਜੀ, ਜਦੋਂ ਕੋਈ ਹੀਲਾ ਨਹੀਂ ਦੱਸਿਆ ਫਿਰ ਸਾਨੂੰ ਇਹੀ ਜਾਣੀ ਕਿ ਇੱਕ ਰਾਹ ਚੁਣਿਆ ਅਸੀਂ ਇਕੱਠੇ ਹੋਣ ਦਾ, ਸਾਰੇ ਜਣੇ ਇਕੱਠੇ ਹੋਏ ਆ। ਸਾਨੂੰ 2-2 ਸਾਲ ਹੋ ਗਿਆ ਜੀ ਵੇਟ ਕਰਦੇ ਨੂੰ, ਤੇ ਸਾਡੇ ਵਰਕ ਪਰਮਿਟ ਐਕਸਪਾਇਰ ਹੋਈ ਜਾ ਰਹੇ ਆ ਜੀ, ਤੇ ਹੋਰ ਸਾਡੇ ਕੋਲ ਕੋਈ ਹੀਲਾ ਨਹੀਂ ਸੀ। ਹੁਣ ਅਸੀਂ ਇਕੱਠੇ ਹੋਏ ਆ, ਦੇਖਦੇ ਆ ਕੀ ਬਣਦਾ। ਲੱਗਦਾ ਜਿਹੜੇ ਅੰਦਰ ਬੈਠੇ ਨੇ, ਅੱਜ ਅੰਦਰ ਗਰਮੀ ਦੇ ਵਿੱਚ ਬੈਠੇ, ਆਪਾਂ ਬਾਹਰ ਠੰਡ ਦੇ ਵਿੱਚ ਖੜੇ ਹੈਗੇ ਆ, ਕੋਈ ਮਤਲਬ ਅੰਦਰੋਂ ਨਿਕਲ ਕੇ ਨਹੀਂ ਆ ਰਿਹਾ, ਪਰ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ, ਲੋਕ ਮਤਲਬ ਇਹਨਾਂ ਨੂੰ ਬਿਨਾਂ ਸਵਾਲ ਕਰੇ ਵੋਟਾਂ ਪਾਉਂਦੇ ਨੇ। ਕੀ ਕਹਿਣਾ ਚਾਹੋਗੇ ਲੋਕਾਂ ਵਾਸਤੇ? ਲੋਕਾਂ ਨੂੰ ਵੀ ਇਹੀ ਚਾਹੁੰਦੇ ਆ ਵੀ ਹੁਣ ਵੀ ਆਪਦਾ ਸੋਚ ਸਮਝ ਕੇ ਵੋਟ ਪਾਓ, ਤੇ ਇਹੀ ਹੈ ਜੀ, ਬਸ ਹੁਣ ਮਜਬੂਰੀ ਹੈ ਜੀ, ਹੁਣ ਅਸੀਂ ਇਕੱਠੇ ਹੋਏ ਹੋਏ ਆ। ਠੀਕ ਠੀਕ, ਤੁਸੀਂ ਕਹੋਗੇ ਵੀਰ ਜੀ? ਅਰਸ਼ਦੀਪ ਸਿੰਘ ਜੀ। ਹਾਂਜੀ ਓਕੇ, ਅੱਜ ਹੀ ਬਹੁਤ ਵਧੀਆ ਲੱਗ ਰਿਹਾ ਵੀ ਕਾਫੀ ਇਕੱਠ ਹੈਗਾ। ਜੇ ਆਪਾਂ ਇਦਾਂ ਹੀ ਰਹੇ ਤਾਂ ਕੱਲ ਨੂੰ ਹੋਰ ਵੀ ਇਕੱਠ ਹੋ ਸਕਦਾ, ਤਾਂ ਇਹ ਬਹੁਤ ਵਧੀਆ ਗੱਲ ਹੈਗੀ। ਤੇ ਬਾਕੀ ਹੁਣ ਦੇਖੋ ਜੀ, ਸਾਰਿਆਂ ਦੀ ਮਜਬੂਰੀ ਹੈ। ਮੇਰਾ 2 ਸਾਲ ਦਾ ਵਰਕ ਪਰਮਿਟ ਲੰਘ ਚੁੱਕਿਆ ਜੀ, ਤੇ ਸਾਲ ਦਾ ਵਰਕ ਪਰਮਿਟ ਰਹਿ ਗਿਆ। ਹੁਣ ਪਹਿਲਾਂ ਅਸੀਂ ਮਤਲਬ ਹੁਣੇ ਤੋਂ ਤੁਹਾਨੂੰ ਸਟ੍ਰੈਸ ਸਟਾਰਟ ਆ ਵੀ ਪਤਾ ਨਹੀਂ ਕੀ ਬਣੂਗਾ। ਹਾਂਜੀ, ਕੀ ਬਣੂ, ਕਿਉਂਕਿ ਕਿਹੜੀ ਜਗ੍ਹਾ ਤੋਂ? ਪੰਜਾਬ ਤੋਂ? ਮੈਂ ਬਠਿੰਡਾ ਤੋਂ ਹਾਂ ਜੀ। ਖਾਸ ਬਠਿੰਡਾ? ਹਾਂ ਨਹੀਂ ਜੀ, ਲਾਗੇ ਪਿੰਡ ਆ ਬਠਿੰਡੇ ਦਾ। ਹਾਂਜੀ ਹਾਂਜੀ, ਵੀ ਦੇਖੋ ਹੁਣ ਜੇ ਕੁਛ ਸਟੈਪ ਚੱਕਣਗੇ ਤਾਂ ਵਧੀਆ ਗੱਲ ਹੈਗੀ ਜੀ, ਤੇ ਬਾਕੀ ਨਹੀਂ ਫਿਰ ਅਸੀਂ ਇੱਦਾਂ ਹੀ ਜਾਰੀ ਰੱਖਾਂਗੇ, ਤੇ ਜ਼ਰੂਰ ਕਰਾਂਗੇ ਵੀ ਟਾਈਮ ਤੋਂ ਬਾਅਦ ਤੇ ਕੁਛ ਸਮੇਂ ਬਾਅਦ ਵੀ ਅਸੀਂ ਆਈਏ ਤੇ ਇੱਥੇ ਇਸ ਤਰ੍ਹਾਂ ਵੀ ਇਹਨਾਂ ਨੂੰ ਕੁਛ ਨਾ ਕੁਛ ਚੇਂਜਸ ਲਿਆਉਣ, ਇਹੀ ਉਮੀਦ ਆ ਸਾਨੂੰ ਜੀ। ਹਾਂਜੀ ਠੀਕ ਹੈ, ਥੈਂਕ ਯੂ।